ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾकुर ਦੇਸਾ, ਤੁਮ ਸਭ ਸਾਜੇ ਸਾਜ ਨਿਵਾਜੇ। ਜਿਉ ਪਿੰਡ ਦੇ ਪ੍ਰਾਨਾ, ਨਿਰਗੁਣ ਯਾਰੇ ਗੁਣ ਨਹੀਂ ਕੋਈ। ਤੁਮ ਦਾਨ ਦਿਓ ਮਿਹਰਬਾਨਾ, ਤੁਮ ਕਰੋ ਭਲਾ ਹਮ ਭਲੋ ਨ ਜਾਣੈ। ਤੁਮ ਸਦਾ ਸਦਾ ਦਇਆਲਾ, ਤੁਮ ਸੁਖਦਾਈ ਪੁਰਖ ਵਿਧਾਤੇ। ਤੁਮ ਰਾਖੋ ਆਪਣੇ ਬਾਲਾ, ਤੁਮ ਨਿਧਾਨ ਅਟਲ ਸੁਲਤਾਨ। ਜੀ ਜੰਤ ਸਭ ਜਾਚੈ, ਕਹੋ ਨਾਨਕ ਹਮ ਇਹ ਹਵਾਲਾ। ਰਾਖ ਸੰਤਨ ਕੈ ਪਾਛੈ, ਕਹੋ ਨਾਨਕ ਹਮ ਇਹ ਹਵਾਲਾ। ਰਾਖ ਸੰਤਨ ਕੈ ਪਾਛੈ, ਹੋਵੈ ਸਿਫਤ ਖਸਮ ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਪਹਿਲਾ। ਹਰਸਾ ਮੀਤ ਨਾਹੀ ਮੈਂ ਕੋਈ, ਜਿਨ ਤਨ ਮਨ ਦੀਆ ਸੁਰਤ ਸਮੋਈ। ਸਰਬ ਜੀਆਂ ਪ੍ਰਤਪਾਲ ਸੰਭਾਲੇ, ਸੋ ਅੰਤਰ ਦਾਨਾ ਬੀਨਾ ਹੈ। ਹਰਸਾ ਮੀਤ ਨਾਹੀ ਮੈਂ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਸਤਿਗੁਰੂ ਜੀ ਅੰਮ੍ਰਿਤ ਵੇਲੇ ਦੀਆਂ ਦਾਤਾਂ ਬਖਸ਼ਿਸ਼ ਕਰ ਰਹੇ ਨੇ। ਆਪ ਸੰਗਤਾਂ ਗੁਰੂ ਦਰਬਾਰ ਵਿੱਚ ਆ ਕੇ ਸੁਸ਼ੋਭਿਤ ਹੋਏ ਹੋ। ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਰੂ ਮਹਲਾ ਪਹਿਲਾ। ਮਾਰੂ ਰਾਗ ਦਾ ਇਹ ਸ਼ਬਦ ਹੈ। ਪਹਿਲੇ ਗੁਰਦੇਵ ਗੁਰੂ ਨਾਨਕ ਦੇਵ ਪਾਤਸ਼ਾਹ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਬਿਰਾਜੇ ਹੋਏ। ਸੰਗਤਾਂ ਸਿੱਖਾਂ ਨੇ ਆਖਿਆ, ਮਹਾਰਾਜ ਸਾਹਿਬ ਕਿਰਪਾ ਕਰਕੇ ਉਪਦੇਸ਼ ਦੀ ਬਖਸ਼ਿਸ਼ ਕਰੋ।
ਤੇ ਸਤਿਗੁਰੂ ਫਿਰ ਕਰਤਾਰਪੁਰ ਸਾਹਿਬ ਦੀ ਧਰਤੀ ਤੇ, ਜਿੱਥੇ ਆਪ ਸੰਗਤਾਂ ਦਰਸ਼ਨ ਕਰਨ ਜਾਂਦੇ ਪਾਕਿਸਤਾਨ, ਇੱਥੇ ਹੀ ਮਹਾਰਾਜ ਜੀਆਂ ਨੇ ਆਪਣਾ ਸਰੀਰ ਪੰਜ ਭੌਤਿਕ ਤਿਆਗਿਆ, ਜੋਤੀ ਜੋਤ ਸਮਾਏ। ਮਹਾਰਾਜ ਸਾਹਿਬ ਜੀ ਉਸ ਧਰਤੀ ਨੂੰ ਭਾਗ ਲਾਉਂਦੇ ਪਏ ਜਿੱਥੇ ਹਲ ਚਲਾ ਕੇ ਮਹਾਰਾਜ ਨੇ ਖੇਤੀ ਕੀਤੀ ਹੈ। ਸੋ ਉਸ ਧਰਤੀ ਦੇ ਉੱਪਰ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹਰ ਸਾਮੀਤ ਨਾਹੀ ਮੈਂ ਕੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਗੁਰਮੁਖੋ ਇਹ ਬਚਨ ਚੰਗੀ ਤਰ੍ਹਾਂ ਆਪਣੇ ਮਨ ਵਿੱਚ ਬਿਠਾ ਲਓ। ਰੱਬ ਦੇ ਵਰਗਾ ਕੋਈ ਮਿੱਤਰ ਹੈ ਹੀ ਨਹੀਂ ਹੈ। ਦੁਨੀਆ ਦੇ ਜਿਹੜੇ ਮਿੱਤਰ ਨੇ ਉਹ ਸਾਰੇ ਆਪਣੇ ਮਤਲਬ ਵਾਲੇ ਨੇ। ਅੱਜ ਤੁਹਾਡੀ ਜੇਬ ਦੇ ਵਿੱਚ ਪੈਸੇ ਨੇ, ਸਾਰੀ ਦੁਨੀਆ ਹੀ ਤੁਹਾਡੀ ਮਿੱਤਰ ਹੈ। ਜਿਸ ਦਿਨ ਇਹ ਜੇਬ 'ਚੋਂ ਪੈਸੇ ਖਾਲੀ ਹੋ ਗਏ, ਉਸ ਦਿਨ ਮਿੱਤਰ ਵੀ ਦੁਸ਼ਮਣ ਬਣ ਜਾਂਦੇ। ਸਤਿਗੁਰੂ ਜੀ ਦਾ ਬਚਨ ਹੈ, ਮਿੱਤਰ ਲੋੜੇਣ ਸੋ ਖਾਧਾ ਤਾ। ਜਿਹੜੇ ਮਿੱਤਰ ਨੇ ਨਾ, ਉਹਨਾਂ ਦਾ ਬਸ ਇੱਕੋ ਹੀ ਪ੍ਰਯੋਜਨ ਹੈ ਵੀ ਇਹ ਸਾਨੂੰ ਖਵਾਉਂਦਾ ਪਿਆਉਂਦਾ ਰਵੇ, ਪਾਰਟੀਆਂ ਬਣਾਈਆਂ ਜਾਣ, ਜਸ਼ਨ ਮਨਾਏ ਜਾਣ, ਫਿਰ ਤੇ ਬੜੀ ਚੰਗੀ ਗੱਲ ਹੈ। ਇਹ ਤੇ ਚੰਗਾ ਮਿੱਤਰ ਹੈ, ਸਾਨੂੰ ਘੁਮਾਉਂਦਾ ਹੈ, ਸਾਨੂੰ ਖਵਾਉਂਦਾ ਹੈ। ਪਰ ਜਿਸ ਦਿਨ ਪੈਸੇ ਖਤਮ ਹੋ ਗਏ, ਜਾਂ ਘੁਮਾਉਣਾ ਫਰਾਉਣਾ ਜਾਂ ਖਾਣਾ ਪੀਣਾ ਬੰਦ ਹੋ ਗਿਆ, ਫਿਰ ਉਸੇ ਦੀ ਨਿੰਦਿਆ ਚੁਗਲੀ ਸੰਸਾਰ ਕਰਦਾ ਹੈ। ਮਹਾਰਾਜ ਕਹਿਣ ਲੱਗੇ, ਪਰ ਪਰਮਾਤਮਾ ਇੱਕ ਇਹੋ ਜਿਹਾ ਮਿੱਤਰ ਹੈ, ਨਾ ਦੁੱਖ ਦੇ ਵਿੱਚ ਨਾ ਸੁੱਖ ਦੇ ਵਿੱਚ ਉਹ ਛੱਡਦਾ ਨਹੀਂ, ਹਰ ਵੇਲੇ ਨਾਲ ਸੱਜਣ ਸੱਚਾ ਪਾਤਸ਼ਾਹ। ਤਾਂ ਹੀ ਉਹਨੂੰ ਸੱਜਣ ਆਖਿਆ, ਮਿੱਤਰ ਤਾਂ ਹੀ ਕਿਹਾ ਵੀ ਉਹ ਸੱਚਾ ਪਾਤਸ਼ਾਹ ਹੈ। ਦੂਜੀ ਗੱਲ ਇਹ ਹੈ, ਦੁਨੀਆ ਵਿੱਚ ਕੁਝ ਮਿੱਤਰ ਇਹੋ ਜਿਹੇ ਹੁੰਦੇ ਜਿਹੜੇ ਮਾੜੇ ਕੰਮ ਕਰਦੇ, ਪਰ ਉਹਨਾਂ ਦੇ ਕੋਲ ਬੈਠਾਂਗੇ ਸਾਡੇ ਤੇ ਵੀ ਕਲੰਕ ਲੱਗੇਗਾ। ਛੱਡਿਆ ਜਾਂਦਾ ਨਹੀਂ ਅਤੇ ਰਿਹਾ ਵੀ ਜਾਂਦਾ ਨਹੀਂ। ਛੱਡ ਤਾਂ ਨਹੀਂ ਸਕਦਾ ਵੀ ਮਿੱਤਰਤਾ ਹੀ ਹੈ, ਰਿਹਾ ਤਾਂ ਨਹੀਂ ਜਾਂਦਾ ਵੀ ਉਹਦੇ ਵਿੱਚ ਔਗਣ ਬੜੇ ਨੇ। ਪਰਮਾਤਮਾ ਇੱਕ ਇਹੋ ਜਿਹੀ ਵੱਡੀ ਦਾਤ ਹੈ, ਜੇ ਤੂੰ ਸਤਿਗੁਰਾਂ ਦੇ ਕੋਲ ਬੈਠੇਗਾ ਤੇ ਫਿਰ ਕੀ ਹੋਵੇਗਾ, ਤੂੰ ਇੱਥੇ ਜਿਹੜਾ ਹੈ ਮਾਣ ਪ੍ਰਾਪਤ ਕਰੇਗਾ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੋ, ਜਿਸ ਪਾਸ ਬੈਠਿਆ ਸ਼ੋਭਾ ਮਿਲਦੀ ਹੈ ਨਾ, ਵੀ ਮੈਂ ਗੁਰੂ ਘਰੇ ਆਇਆ, ਮੈਂ ਮੱਥਾ ਟੇਕਣ ਆਇਆ, ਮੈਂ ਬਾਣੀ ਸੁਣੀ ਹੈ, ਮੈਂ ਕਥਾ ਸਰਵਣ ਕੀਤੀ ਹੈ। ਗੁਰੂ ਮਾਲਕ ਪਰਮੇਸ਼ਰ ਇੱਕ ਇਹੋ ਜਿਹਾ ਮਿੱਤਰ ਹੈ ਜਿਸ ਦੇ ਕੋਲ ਬੈਠਿਆਂ ਸ਼ੋਭਾ ਮਿਲਦੀ ਹੈ। ਦੁਨੀਆ ਦੇ ਮਿੱਤਰਾਂ ਕੋਲੋਂ ਬਦਨਾਮੀ ਵੀ ਮਿਲ ਸਕਦੀ ਹੈ। ਜਿਸ ਤਰ੍ਹਾਂ ਕਿ ਆਪਾਂ ਬਚਨ ਸਰਵਣ ਕਰਦੇ, ਇੰਦਰ ਰਾਜੇ ਨੇ ਆਖਿਆ ਸੀ ਨਾ, ਮੈਂ ਗੌਤਮ ਰਿਸ਼ੀ ਦੇ ਘਰ ਜਾਣਾ ਹੈ, ਤੇ ਆਪਣੇ ਮਿੱਤਰ ਚੰਦਰਮਾ ਨੂੰ ਨਾਲ ਲੈ ਕੇ ਆਇਆ। ਸਾਖੀ ਬੜੀ ਲੰਬੇਰੀ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਮਿੱਤਰ ਦੇ ਨਾਲ ਆਉਣ ਕਰਕੇ ਚੰਦਰਮਾ ਕਲੰਕੀ ਹੋ ਗਿਆ। ਇੰਦਰ ਨੂੰ ਤੇ ਮੰਨ ਲਓ ਸਰਾਪ ਮਿਲਣਾ ਹੀ ਹੈ, ਮਾੜੇ ਕੰਮ ਦਾ ਫਲ ਮਿਲਣਾ ਹੀ ਹੈ, ਪਰ ਮਿੱਤਰਤਾ ਹੀ ਨਿਭਾਉਂਦਾ ਨਿਭਾਉਂਦਾ ਨਾਲ ਚੰਦਰਮਾ ਵੀ ਉਹਦੇ ਫਸ ਗਿਆ, ਉਹ ਵੀ ਕਲੰਕੀ ਹੋ ਗਿਆ। ਇਸ ਤਰ੍ਹਾਂ ਕਈ ਵਾਰੀ ਮਿੱਤਰ ਜਿਹੜੇ ਨੇ ਉਹ ਕਲੰਕ ਵੀ ਲਵਾ ਦਿੰਦੇ, ਮਾੜੇ ਕੰਮ ਕਰਵਾ ਕੇ, ਆਪਣੀ ਦੋਸਤੀ ਨੂੰ ਮੁੱਖ ਰੱਖ ਕੇ, ਦੋਸਤੀ ਦਾ ਵਾਸਤਾ ਪਾ ਕੇ। ਪਰ ਪਰਮਾਤਮਾ ਇੱਕ ਐਸਾ ਹੈ ਜਿਸ ਪਾਸ ਬੈਠਿਆਂ, ਜਿਹਦੇ ਕੋਲ ਬੈਠੇ ਸ਼ੋਭਾ ਪਾਈਏ, ਐਸਾ ਉਹ ਪਰਮਾਤਮਾ ਹੈ। ਹਰ ਸਾਮੀਤ ਨਾਹੀ ਮੈਂ ਕੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਹਰੀ ਵਰਗਾ ਮੇਰਾ ਕੋਈ ਮਿੱਤਰ ਹੈ ਹੀ ਨਹੀਂ ਹੈ। ਉਹ ਹੀ ਹੈ ਮਿੱਤਰ ਭਾਈ ਲੋਕ ਪਰਲੋਕ ਦੇ ਅੰਦਰ। ਜਿਨ ਤਨ ਮਨ ਦੀਆ ਸੁਰਤ ਸਮੋਈ। ਗੁਰਮੁਖੋ ਦੁਨੀਆ ਦੇ ਮਿੱਤਰ ਤੇ ਤੁਹਾਡੇ ਕੋਲੋਂ ਲੈਂਦੇ ਨੇ ਵੀ ਲਿਆਓ ਕੁਝ ਦਿਓ, ਤੇ ਮਿੱਤਰਤਾ ਹੀ ਤਾਂ ਹੈ। ਪਰਮਾਤਮਾ ਇੱਕ ਇਹੋ ਜਿਹਾ ਮਿੱਤਰ ਹੈ ਜਿਹੜਾ ਲੈਂਦਾ ਨਹੀਂ, ਤੁਹਾਨੂੰ ਦਿੰਦਾ ਹਰ ਵੇਲੇ। ਫਿਰ ਇਹ ਤਾਂ ਹੀ ਫਰਕ ਹੈ ਨਾ ਉਸ ਮਿੱਤਰ ਦਾ ਤੇ ਦੁਨੀਆ ਦੇ ਮਿੱਤਰ ਦਾ। ਮਹਾਰਾਜ ਕਹਿੰਦੇ ਕੀ ਦਿੱਤਾ ਹੈ, ਉਹਨੇ ਤੈਨੂੰ ਤਨ ਦਿੱਤਾ, ਸਰੀਰ। ਪਰਮਾਤਮਾ ਵੇਖੋ ਕਿਹੋ ਜਿਹਾ ਮਿੱਤਰ ਹੈ। ਜਿਸ ਸਰੀਰ ਦੇ ਨਾਲ ਸਾਡੇ ਦੁਨਿਆਵੀ ਮਿੱਤਰ ਬਣੇ ਨੇ ਨਾ, ਇਹ ਸਰੀਰ ਵੀ ਪਰਮਾਤਮਾ ਨੇ ਦਿੱਤਾ ਹੈ। ਉਹਦੇ ਵਰਗਾ ਫਿਰ ਮਿੱਤਰ ਤੇ ਕੋਈ ਨਾ ਹੋਇਆ। ਫਿਰ ਇਕੱਲਾ ਸਰੀਰ ਨਹੀਂ ਦਿੱਤਾ ਉਹਨੇ, ਤਨ ਦੇ ਵਿੱਚ ਫਿਰ ਮਨ ਵੀ ਪਾਇਆ, ਵਿਚਾਰ ਵੀ ਦਿੱਤੇ ਤੈਨੂੰ ਉਸਨੇ। ਦੁੱਖ ਸੁੱਖ ਨੂੰ ਮਹਿਸੂਸ ਕਰਦਾ ਹੈ, ਖੁਸ਼ੀ ਗਮੀ ਦਾ ਤੂੰ ਬਚਨ ਕਹਿੰਦਾ ਤੇ ਸੁਣਦਾ ਹੈ। ਵੇਖ ਤੈਨੂੰ ਮਨ ਵੀ ਦਿੱਤਾ, ਤੇਰੇ ਅੰਦਰ ਫੁਰਨੇ ਵੀ ਪੈਦਾ ਕਰਦਾ ਪਿਆ। ਤੇ ਮਹਾਰਾਜ ਫਰਮਾਉਂਦੇ ਹਨ, ਜਿਨ ਤਨ ਮਨ ਦੀਆ ਸੁਰਤ ਸਮੋਈ। ਗੁਰਮੁਖੋ ਫਿਰ ਉਸਨੇ ਤੇਰੇ ਸਰੀਰ ਦੇ ਅੰਦਰ ਗਿਆਤ ਵੀ ਪਾਈ, ਸਮਝ ਵੀ ਪਾਈ। ਸਾਡੇ ਅੰਦਰ ਸਮਝ ਪਾਈ। ਹੁਣ ਮੰਨ ਲਓ ਆਪਾਂ ਪਾਗਲਖਾਨੇ ਚਲੇ ਜਾਈਏ, ਸਰੀਰ ਤੇ ਉਹ ਵੀ ਸਾਡੇ ਵਰਗੇ ਨੇ, ਸਰੀਰ ਵੀ ਦਿੱਤਾ, ਮਨ ਵੀ ਦਿੱਤਾ, ਪਰ ਉਹਨਾਂ ਨੂੰ ਸਮਝ ਨਹੀਂ ਹੈ। ਉਹਨਾਂ ਨੂੰ ਕਹਿ ਦਿੰਦੇ ਪਾਗਲ। ਉਹ ਕਦੇ ਕੱਪੜੇ ਪਾੜ ਦਿੰਦੇ, ਕਦੇ ਜੂਠ ਖਾਣ ਲੱਗ ਪੈਂਦੇ, ਕਦੇ ਲੜਾਈ ਝਗੜਾ ਕਰਨ ਲੱਗ ਪੈਂਦੇ। ਪਰਮਾਤਮਾ ਨੇ ਤੇਰਾ ਸਰੀਰ ਬਣਾ ਕੇ ਇਹਦੇ ਵਿੱਚ ਗਿਆਨ ਵੀ ਉਹਨੇ ਬਖਸ਼ਿਆ, ਸੁਰਤ ਵੀ ਤੈਨੂੰ ਦਿੱਤੀ ਹੈ ਵੀ ਕਿਵੇਂ ਖਾਣਾ ਹੈ, ਕਿਵੇਂ ਪੀਣਾ ਹੈ, ਕਿਵੇਂ ਵੱਡੇ ਛੋਟੇ ਕੋਲ ਬੈਠਣਾ ਹੈ, ਰਿਸ਼ਤੇਦਾਰੀ ਕਿਹੜੀ ਨਾਲ ਕਿਵੇਂ ਵਰਤਣਾ ਹੈ, ਦੁਨੀਆਦਾਰੀ ਵਿੱਚ ਕੀ ਕਰਨਾ ਹੈ।
ਇਹ ਪਰਮਾਤਮਾ ਮਿੱਤਰ ਹੈ, ਉਹਨੇ ਤੈਨੂੰ ਇਹ ਚੀਜ਼ਾਂ ਦਿੱਤੀਆਂ ਨੇ। ਦੁਨੀਆ ਦੇ ਮਿੱਤਰ ਤੇ ਲੈਂਦੇ ਨੇ, ਪਰਮਾਤਮਾ ਦਿੰਦਾ ਹੈ। ਤਾਂ ਹੀ ਬਚਨ ਆ ਗਿਆ, ਦਿੰਦਾ ਦੇ, ਲੈਂਦੇ ਉਹ ਤਾਂ। ਦਈ ਜਾਂਦਾ ਹੈ, ਦਈ ਜਾਂਦਾ। ਮਿੱਤਰ ਉਹਨੇ ਕਾਹਦਾ ਬਣਾ ਲਿਆ? ਉਹ ਤੇ ਸਾਨੂੰ ਪਾਲਦਾ ਪਿਆ ਹੈ। ਜਿਨ ਤਨ ਮਨ ਦੀਆ, ਜਿਸ ਨੇ ਤਨ ਵੀ ਦਿੱਤਾ ਹੈ, ਮਨ ਵੀ ਦਿੱਤਾ ਹੈ, ਸੁਰਤ ਸਮੋਈ। ਸੁਰਤ ਕਹੀਏ ਗਿਆਤ, ਸਮਝ ਉਹਨੇ ਦਿੱਤੀ ਹੈ ਵੀ ਸਰੀਰ ਨੂੰ ਸਾਂਭਣਾ ਕਿਵੇਂ ਹੈ, ਇਹਨੂੰ ਹਿਫਾਜ਼ਤ ਇਹਦੀ ਕਿਵੇਂ ਕਰਨੀ ਹੈ, ਇਹਨੂੰ ਪਾਲਣਾ ਕਿਵੇਂ ਹੈ, ਸੰਗਤ ਵਿੱਚ ਕਿਵੇਂ ਜਾਣਾ, ਗੁਰੂ ਕੋਲ ਕਿਵੇਂ ਜਾਣਾ, ਬਚਨ ਦੀ ਕਮਾਈ ਕਿਵੇਂ ਕਰਨੀ, ਇਹ ਗਿਆਤ ਸਮਝ ਵੀ ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਜਿਹੜੇ ਸੇਵਾ ਕਰਦੇ। ਐਸੀਆਂ ਦਾਤਾਂ ਇਹ ਸਤਿਗੁਰੂ ਜਦੋਂ ਮਿੱਤਰ ਬਣ ਜਾਂਦੇ। ਭਾਈ ਸ਼ਮੀਰ ਨੇ ਸੇਵਾ ਕੀਤੀ ਨਾ ਗੁਰਮੁਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੀ, ਸਤਿਗੁਰੂ ਇਹਦੀ ਸੇਵਾ ਤੋਂ ਖੁਸ਼ ਹੋਏ। ਪਾਤਸ਼ਾਹ ਕਹਿਣ ਲੱਗੇ, ਭਾਈ ਸ਼ਮੀਰ ਘੋੜਾ ਲੈ ਜਾ, ਜਿੱਥੋਂ ਤੱਕ ਘੋੜਾ ਫੇਰ ਲਿਆਵੇਂਗਾ ਧਰਤੀ ਤੇਰੀ ਹੋ ਜਾਏਗੀ, ਮਾਲਕ ਬਣ ਜਾਏਗਾ। ਘਰੇ ਚਲਾ ਗਿਆ, ਮਾਮਾ ਘਰ ਵਿੱਚ ਆਇਆ। ਮਾਮੇ ਨੇ ਆਖਿਆ ਵੀ ਨਹੀਂ, ਇਹ ਤੇ ਗੁਰੂ ਪਾਤਸ਼ਾਹ ਤੇ ਆਪਣਾ ਹੀ ਘਰ-ਬਾਰ ਛੱਡ ਆਏ, ਤੈਨੂੰ ਕਿੱਥੋਂ ਕੋਈ ਦੇ ਦੇਣਗੇ। ਮਨ ਨਹੀਂ ਮੰਨਿਆ, ਮਾਮੇ ਦੇ ਪਿੱਛੇ ਲਾ ਕੇ ਪਿੰਡ ਦਾ ਗੇੜਾ ਦੇ ਕੇ ਮੁੜ ਆਇਆ। ਸਤਿਗੁਰੂ ਜਾਣ ਗਏ ਵੀ ਅਸੀਂ ਦੇਣਾ ਚਾਹੁੰਦੇ, ਲੈ ਨਹੀਂ ਸਕਿਆ। ਦੂਜੀ ਵਾਰੀ ਮਹਾਰਾਜ ਪ੍ਰਸ਼ਾਦ ਛਕਦੇ ਪਏ ਤੇ ਭਾਈ ਸ਼ਮੀਰ ਨੇ ਮੰਗ ਲਿਆ, ਕਹਿੰਦਾ ਜੀ ਤੁਹਾਡਾ ਬਚਿਆ ਪ੍ਰਸ਼ਾਦ ਮੈਂ ਨਾ ਛਕ ਲਵਾਂ। ਮਹਾਰਾਜ ਕਹਿੰਦੇ ਚੱਲ ਭਾਈ, ਜੇ ਤੇਰੀ ਮੌਜ ਹੈ, ਛਕਣਾ ਚਾਹਣਾ ਤੇ ਛਕ ਲਾ। ਕਹਿਣ ਲੱਗਾ ਨਹੀਂ ਮਹਾਰਾਜ, ਇੱਥੇ ਨਹੀਂ ਛਕਾਂਗਾ, ਮੇਰਾ ਵਿਚਾਰ ਬਣਦਾ ਵੀ ਮੈਂ ਘਰੇ ਜਾ ਕੇ ਛਕਾਂ। ਪਾਤਸ਼ਾਹ ਕਹਿੰਦੇ ਚੱਲ ਤੇਰੀ ਮੌਜ ਹੈ ਭਾਈ, ਘਰ ਲੈ ਜਾ। ਘਰੇ ਚਲਾ ਗਿਆ। ਘਰੇ ਫਿਰ ਮਾਮਾ ਮਿਲ ਪਿਆ, ਕਹਿਣ ਲੱਗਾ ਵੀ ਇਹ ਗੁਰੂ ਦਾ ਪ੍ਰਸ਼ਾਦ ਖਾਵੇਂਗਾ ਤੇ ਆਪਾਂ ਤੇ ਪੀਰਾਂ ਨੂੰ ਮੰਨਦੇ ਆ, ਪੀਰ ਨਾਰਾਜ਼ ਹੋ ਜਾਣਗੇ। ਹੁਣ ਕੀ ਕੀਤਾ ਜਾਏ? ਆਪਾਂ ਟੋਇਆ ਪੱਟ ਕੇ ਤੇ ਇਹ ਮਿੱਟੀ ਵਿੱਚ ਦੱਬ ਦਈਏ, ਪ੍ਰਸ਼ਾਦ ਖਾਈਏ ਨਾ। ਫਿਰ ਮਗਰ ਲਾ ਕੇ ਦੱਬ ਦਿੱਤਾ। ਹੁਣ ਸਤਿਗੁਰੂ ਫਿਰ ਜਾਣਦੇ ਪਏ ਵੀ ਦੂਜੀ ਬਖਸ਼ਿਸ਼ ਵੀ ਇਸਨੇ ਮੁਕਾ ਦਿੱਤੀ ਹੈ। ਥੋੜਾ ਸਮਾਂ ਹੋਰ ਸੇਵਾ ਕੀਤੀ। ਫਿਰ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ ਭਾਈ ਸ਼ਮੀਰ ਮੰਗ ਕੀ ਚਾਹੀਦਾ ਹੈ? ਤੇ ਬੜਾ ਕੁਝ ਸੋਚਣ ਤੋਂ ਬਾਅਦ ਵਿੱਚ ਕਹਿਣ ਲੱਗਾ, ਮਹਾਰਾਜ ਜੇ ਦੇਣਾ ਹੀ ਚਾਹੁੰਦੇ ਹੋ ਨਾ ਤੇ ਫਿਰ 84 ਲੱਖ ਜੂਨਾਂ ਤੋਂ ਮੁਕਤ ਕਰ ਦਿਓ। ਸੁਣਿਆ ਬਚਨ ਮਹਾਰਾਜ, ਸੁਣ ਕੇ ਚੁੱਪ ਹੀ ਕਰ ਗਿਆ, ਹੋਰਾਂ ਖਿਆਲਾਂ ਵਿੱਚ ਲੱਗ ਪਏ। ਇੱਕ ਦੋ ਦਿਨ ਫਿਰ ਲੰਘੇ। ਫਿਰ ਮਹਾਰਾਜ ਕਹਿੰਦੇ ਤੇਰੀ ਸੇਵਾ ਤੋਂ ਖੁਸ਼ ਹਾਂ, ਮੰਗ ਲਾ ਜੇ ਕੁਝ ਚਾਹੀਦਾ ਹੈ। ਦੂਜੀ ਵਾਰੀ ਫਿਰ ਬਚਨ ਆਖਿਆ। ਕਹਿਣ ਲੱਗਾ ਵੀ ਮਹਾਰਾਜ ਜੇ ਦਾਤ ਦੇਣੀ ਚਾਹੁੰਦੇ ਹੋ ਤੇ ਫਿਰ 84 ਵਿੱਚੋਂ ਮੁਕਤ ਕਰੋ। ਸਤਿਗੁਰੂ ਕਹਿਣ ਲੱਗੇ ਵੀ 84 ਦੀ ਮੁਕਤੀ ਨੂੰ ਛੱਡ ਹੋਰ ਕੋਈ ਮੰਗ ਕੀ ਚਾਹੀਦਾ ਹੈ? ਕਹਿਣ ਲੱਗਾ ਮਹਾਰਾਜ ਹੋਰ ਨਹੀਂ ਕੋਈ ਚਾਹੀਦਾ, ਮੈਨੂੰ 84 ਚੋਂ ਮੁਕਤੀ ਚਾਹੀਦੀ ਹੈ। ਸਤਿਗੁਰੂ ਅਣਖਿਆਲੀ ਪੈ ਗਏ। ਕੁਝ ਦਿਨ ਲੰਘੇ, ਫਿਰ ਬਚਨ ਹੋ ਗਿਆ। ਕਹਿਣ ਲੱਗੇ ਮੰਗ ਫਿਰ ਸ਼ਮੀਰ ਕੀ ਚਾਹੀਦਾ ਹੈ? ਤੇ ਤੀਜੀ ਵਾਰੀ ਵੀ ਆਖਿਆ। ਕਹਿਣ ਲੱਗਾ ਮਹਾਰਾਜ 84 ਚੋਂ ਮੁਕਤੀ ਚਾਹੀਦੀ ਹੈ। ਸਤਿਗੁਰੂ ਹੱਸ ਪਿਆ, ਕਹਿਣ ਲੱਗੇ ਇੱਕੇ ਗੱਲ ਤੇ ਹੀ ਖੜ ਗਿਆ ਆ ਕੇ, ਚੱਲ ਜੇ 84 ਤੋਂ ਮੁਕਤੀ ਮੰਗਦਾ ਤੈਨੂੰ 84 ਤੋਂ ਮੁਕਤੀ ਦੇ ਦਿੰਦੇ ਹਾਂ, ਪਰ ਕਾਰਨ ਇਹ ਹੈ ਵੀ ਤੇਰੇ ਅਜੇ ਜਨਮ ਬੜੇ ਨੇ ਜਿਹੜੇ ਤੂੰ ਅਜੇ ਲੈਣੇ ਨੇ। ਹੁਣ ਉਹ ਜਨਮ ਵੀ ਤੇਰੇ ਜਿਹੜੇ ਮਿਟਣੇ ਪੈਣਗੇ ਔਰ ਤੈਨੂੰ ਭੁਗਤਾਉਣੇ ਵੀ ਪੈਣਗੇ, ਦੋਵੇਂ ਕੰਮ ਹੀ ਕਰਨੇ ਪੈਣਗੇ। ਕੋਈ ਨਹੀਂ, ਸਮਾਂ ਆਵੇਗਾ, ਸਭ ਕੁਝ ਹੋਵੇਗਾ। ਗੁਰਮੁਖੋ ਇੱਕ ਰਾਤ ਭਾਈ ਸ਼ਮੀਰ ਸੁੱਤਾ ਤੇ ਸੁੱਤਿਆਂ ਕੀ ਵੇਖਦਾ, ਕਦੇ ਚਿੜੇ ਦਾ ਜਨਮ ਮਿਲ ਗਿਆ, ਕਦੇ ਕੀੜੀ ਦਾ ਜਨਮ ਮਿਲ ਗਿਆ, ਕਦੇ ਪਸ਼ੂ ਦਾ ਜਨਮ ਮਿਲ ਗਿਆ, ਕਦੇ ਪੰਛੀ ਦਾ ਜਨਮ ਮਿਲ ਗਿਆ। ਜਨਮਾਂ ਨੂੰ ਭੋਗਦਿਆਂ ਭੋਗਦਿਆਂ ਇੱਕ ਜਨਮ ਮਿਲ ਗਿਆ ਚੰਡਾਲਾਂ ਦਾ। ਗਰੀਬ ਵਿਅਕਤੀ ਬਣ ਕੇ ਸੰਸਾਰ ਵਿੱਚ ਆਇਆ ਤੇ ਕਈ ਪੁੱਤਰ ਧੀਆਂ ਪੈਦਾ ਹੋ ਗਏ। ਸੁਪਨੇ ਵਿੱਚ ਹੀ ਵੇਖਦਾ ਪਿਆ, ਪੁੱਤਰ ਧੀਆਂ ਪੈਦਾ ਹੋ ਗਏ, ਗਰੀਬੀ ਹੈ, ਛਕਣ ਵਾਸਤੇ ਪ੍ਰਸ਼ਾਦਾ ਕੋਲ ਨਹੀਂ, ਬੱਚੇ ਰੋਂਦੇ ਪਏ। ਉਹਨਾਂ ਨੂੰ ਨਾਲ ਲੈ ਕੇ ਚੱਲ ਪਿਆ। ਕਹਿੰਦਾ ਕੋਈ ਨਹੀਂ, ਰਸਤੇ ਵਿੱਚ ਕੋਈ ਰੁੱਖ ਆਵੇਗਾ ਤੇ ਫਲ ਤੋੜ ਕੇ ਛਕਾਂਗੇ। ਤੇ ਰਸਤੇ ਵਿੱਚ ਇੱਕ ਪੀਲਾਂ ਦਾ ਰੁੱਖ ਆਇਆ ਤੇ ਚੜ੍ਹ ਗਿਆ ਰੁੱਖ ਦੇ ਉੱਪਰ, ਪੀਲੂ ਤੋੜ ਕੇ ਦਿੰਦਾ। ਜਵਾਕ ਖਾਂਦੇ ਪਏ, ਕੁਝ ਆਪਦੇ ਮੂੰਹ ਵਿੱਚ ਵੀ ਪਾਉਂਦਾ ਪਿਆ। ਰੁੱਖ ਦਾ ਟਾਹਣਾ ਟੁੱਟਾ ਤੇ ਥੱਲੇ ਡਿੱਗ ਪਿਆ। ਥੱਲੇ ਡਿੱਗਿਆ ਤੇ ਨੀਂਦ ਖੁੱਲ ਗਈ। ਉਸੇ ਵੇਲੇ ਜਾਗ ਪਿਆ, ਸੁਪਨਾ ਟੁੱਟ ਗਿਆ। ਹੈਰਾਨ ਹੋ ਗਿਆ, ਮੈਂ ਤੇ ਸੁਪਨੇ ਦੇ ਵਿੱਚ ਕਦੇ ਕੁਝ ਬਣ ਗਿਆ, ਕਦੇ ਕੁਝ ਬਣ ਗਿਆ। ਚਲੋ ਕੋਈ ਗੱਲ ਨਹੀਂ, ਸੁਪਨੇ ਤੇ ਆਉਂਦੇ ਹੀ ਨੇ। ਜਦੋਂ ਦਾਤਨ ਕਰਨ ਗਿਆ ਨਾ, ਦਾਤਨ ਕਰਦਾ ਪਿਆ ਤੇ ਮੂੰਹ ਦੇ ਵਿੱਚੋਂ ਪੀਲੂ ਦੇ ਜਿਹੜੇ ਦਾਣੇ ਸਨ ਉਹ ਨਿਕਲਦੇ ਪਏ। ਹੈਰਾਨ ਕਹਿਣ ਲੱਗਾ, ਸੁਪਨੇ ਦੇ ਵਿੱਚ ਪੀਲੂ ਖਾਦੇ, ਦਾਣੇ ਸੱਚੀ ਮੁੱਚੀ ਨਿਕਲਦੇ ਪਏ। ਸਰੀਰ ਦੀ ਕਿਰਿਆ ਕਰਨ ਗਿਆ ਜਿਸ ਵੇਲੇ ਬਾਹਰ, ਤੇ ਉਸ ਵੇਲੇ ਕਿਰਿਆ ਕੀਤੀ ਤੇ ਫਿਰ ਹੈਰਾਨ ਹੋ ਗਿਆ। ਕਹਿਣ ਲੱਗਾ ਸਰੀਰ ਵਿੱਚੋਂ ਵੀ ਦਾਣੇ ਉਸੇ ਤਰ੍ਹਾਂ ਦੇ ਹੀ ਨਿਕਲੇ। ਫਿਰ ਮਹਾਰਾਜ ਜੀਆਂ ਦੇ ਕੋਲ ਆ ਕੇ ਦੱਸਦਾ, ਕਹਿਣ ਲੱਗਾ ਮਹਾਰਾਜ ਮੈਂ ਬੜੇ ਜਨਮ ਵੇਖੇ ਸੁਪਨੇ ਦੇ ਵਿੱਚ, ਔਰ ਜੋ ਮੈਂ ਖਾਧਾ ਉਹ ਸੱਚੀ ਮੁੱਚੀ ਸਰੀਰ ਵਿੱਚੋਂ ਨਿਕਲਿਆ ਵੀ ਹੈ। ਇਹ ਕਾਰਨ ਕੀ ਹੈ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਭਾਈ ਸ਼ਮੀਰ ਜਿੰਨੇ ਤੂੰ ਜਨਮ ਵੇਖੇ ਨਾ, ਸਾਰੇ ਤੇਰੇ ਜਨਮ ਬਾਕੀ ਸਨ ਜਿਹੜੇ ਤੂੰ ਭੋਗਣੇ ਸਨ।
ਪਰ ਤੂੰ ਸੇਵਾ ਕੀਤੀ ਹੈ, ਸੇਵਾ ਕਰਕੇ ਮੰਗਿਆ ਹੀ ਇਹ ਹੈ ਵੀ ਮਹਾਰਾਜ 84 ਚੋਂ ਮੁਕਤ ਕਰੋ। ਗੁਰੂ ਐਸਾ ਸਮਰੱਥ ਹੋਇਆ ਕਰਦਾ ਹੈ, ਜਿਨੇ ਤੇਰੇ ਜਨਮ ਨੇ ਸੁਪਨੇ ਵਿੱਚ ਭੁਗਤਾ ਕੇ ਭਾਈ ਸ਼ਮੀਰ ਤੈਨੂੰ ਮੁਕਤ ਕਰ ਦਿੱਤਾ ਹੈ। ਹੁਣ ਤੈਨੂੰ 84 ਵਿੱਚ ਨਹੀਂ ਜਾਣਾ ਪਵੇਗਾ। ਮਹਾਰਾਜ ਬਚਨ ਬਖਸ਼ਿਸ਼ ਕਰਦੇ ਕਹਿਣ ਲੱਗੇ, ਭਾਈ ਸਤਿਗੁਰੂ ਐਸੇ ਨੇ ਜਿਹੜੇ ਤਨ ਵੀ ਦਿੰਦੇ ਨੇ, ਮਨ ਵੀ ਦਿੰਦੇ ਨੇ, ਗਿਆਤ ਵੀ ਦਿੰਦੇ ਨੇ। ਇੱਥੇ ਹੀ ਬਸ ਨਹੀਂ, ਸਤਿਗੁਰੂ ਜਦੋਂ ਪ੍ਰਸੰਨ ਹੁੰਦੇ ਨੇ 84 ਵਿੱਚੋਂ ਵੀ ਮੁਕਤ ਕਰ ਦਿੰਦੇ। ਬੋਲੇ ਸੋ ਨਿਹਾਲ ਸਾਸ। 84 ਲੱਖ ਜੂਨਾਂ ਦਾ ਗੇੜ ਨਹੀਂ ਪੈਣ ਦਿੰਦੇ, ਉਹਦੇ ਵਿੱਚੋਂ ਵੀ ਕੱਢ ਲੈਂਦੇ। ਐਸੇ ਸਤਿਗੁਰੂ ਦਾ ਤੂੰ ਗੁਰੂ ਕਿਆ ਸਿੱਖਾ ਸੇਵਕ ਬਣਿਆ ਹੈ, ਸਿੱਖ ਬਣਿਆ ਹੈ। ਉਹਦੇ ਨਾਮ ਨੂੰ ਜਪੇਗਾ ਤੇ ਤੇਰਾ ਜ਼ਰੂਰ ਬਰ ਜ਼ਰੂਰ ਭਲਾ ਹੁੰਦਾ ਹੈ। ਸਰਬ ਜੀਆਂ ਪ੍ਰਤਪਾਲ ਸੰਭਾਲੇ। ਉਹ ਪਰਮਾਤਮਾ ਫਿਰ ਸਾਰੇ ਜੀਵਾਂ ਨੂੰ ਪਾਲਦਾ। ਜੇ ਆਪਾਂ ਉਹਦੇ ਮਿੱਤਰ ਬਣ ਗਏ ਨਾ ਤਾਂ ਵੀ ਉਹਨੇ ਪਾਲਣਾ ਹੈ, ਜੇ ਅਸੀਂ ਉਹਦੇ ਮਿੱਤਰ ਨਾ ਵੀ ਨਾ ਬਣੇ ਤਾਂ ਵੀ ਉਹਨੇ ਪਾਲਣਾ ਹੈ। ਸਾਰਿਆਂ ਨੂੰ ਪਾਲਦਾ ਪਿਆ। ਉਹ ਇਹ ਨਹੀਂ ਵੇਖਦਾ ਵੀ ਇਹਨੇ ਮੱਥਾ ਸਿਰੇ ਟੇਕਿਆ ਜਾਂ ਇਹਨੇ ਨਹੀਂ ਟੇਕਿਆ ਹੈ, ਇਹਨੇ ਆਪਣੇ ਮੂੰਹ ਚੋਂ ਵਾਹਿਗੁਰੂ ਆਖਿਆ, ਰਾਮ ਆਖਿਆ ਕਿ ਨਹੀਂ ਆਖਿਆ, ਇਹ ਨਹੀਂ ਵੇਖਦਾ। ਪਾਲਦਾ ਸਾਰਿਆਂ ਨੂੰ ਹੀ ਹੈ, ਭਾਵੇਂ ਕੋ ਉਹਨੂੰ ਗਾਲਾਂ ਦੇਈ ਜਾਵੇ ਉਹਨੂੰ ਵੀ ਉਹ ਪਾਲਦਾ ਹੈ। ਮਹਾਰਾਜ ਕਹਿਣ ਲੱਗੇ, ਸਰਬ ਜੀਆਂ ਪ੍ਰਤਪਾਲ ਸੰਭਾਲੇ, ਸੰਭਾਲ ਕੇ ਚੰਗੀ ਤਰ੍ਹਾਂ ਸਾਰੇ ਜੀਵਾਂ ਨੂੰ ਪਾਲਦਾ ਹੈ। ਸੋ ਅੰਤਰ ਦਾਨਾ ਵੀ ਫਿਰ ਨਾਹੇ। ਉਹ ਕੈਸਾ ਹੈ, ਤੇਰੇ ਅੰਦਰ ਦੀਆਂ ਗੱਲਾਂ ਜਾਣਦਾ, ਵੀ ਤੇਰੇ ਅੰਦਰ ਕੀ ਹੈ। ਦੁਨੀਆ ਨੂੰ ਗੱਲ ਉਹ ਪਤਾ ਲੱਗੇਗੀ ਜਿਹੜੀ ਅਸੀਂ ਬੋਲ ਕੇ ਦੱਸਾਂਗੇ, ਪਰ ਪਰਮਾਤਮਾ ਐਸਾ ਹੈ, ਉਹ ਤੇਰੇ ਅੰਦਰ ਦੀ ਗੱਲ ਜਾਣਦਾ ਹੈ। ਭਾਵੇਂ ਕਿ ਡਾਕਟਰ ਲੋਕ ਅੱਜ ਕਿੰਨੇ ਤਰ੍ਹਾਂ ਦੇ ਟੈਸਟ ਕਰਕੇ ਬਿਮਾਰੀ ਲੱਭ ਲੈਂਦੇ, ਪਰ ਡਾਕਟਰ ਨੂੰ ਵੀ ਤਾਂ ਬੋਲ ਕੇ ਹੀ ਦੱਸਣਾ ਪੈਣਾ ਨਾ, ਮੈਨੂੰ ਇੱਥੇ ਦਰਦ ਹੁੰਦਾ, ਇੱਥੇ ਪੀੜ ਹੁੰਦੀ ਹੈ। ਸਿੱਧਾ ਜਾ ਕੇ ਕੋਲ ਬੈਠੇਗਾ ਤੂੰ ਕਿਵੇਂ ਲੱਭੇਗਾ। ਪਰਮਾਤਮਾ ਐਸਾ ਹੈ, ਉਹਨੂੰ ਬੋਲ ਕੇ ਦੱਸਣਾ ਹੀ ਨਹੀਂ ਪੈਂਦਾ ਹੈ। ਉਹ ਅੰਦਰ ਦੀਆਂ ਜਾਣਦਾ, ਘਟ ਘਟ ਕੇ ਅੰਤਰ ਕੀ ਅੰਦਰ ਦੀ ਜਾਣਨ ਵਾਲਾ ਹੈ। ਤਾਂ ਉਹਨੂੰ ਕਿਹਾ ਹੈ ਦਾਨਾ। ਦਾਨਾ ਤੋਂ ਭਾਵ ਹੈ ਅੰਦਰ ਦੀਆਂ ਗੱਲਾਂ ਜਾਣਨ ਵਾਲਾ। ਤੇ ਮਹਾਰਾਜ ਫਰਮਾਉਂਦੇ ਹਨ, ਸੋ ਅੰਤਰ ਦਾਨਾ ਵੀ ਨਾਹੇ। ਗੁਰਮੁਖੋ ਬੀਨਾ ਕਿਹਾ ਜਾਂਦਾ ਹੈ, ਉਹ ਪਰਮਾਤਮਾ ਤੇਰੇ ਬਾਹਰਲੇ ਕੰਮ ਵੀ ਵੇਖਦਾ ਪਿਆ। ਦੁਨੀਆ ਵੱਲੋਂ ਆਪਾਂ ਕੁੰਡੀ ਲਾ ਲਵਾਂਗੇ, ਪਰਦਾ ਲਾ ਲਵਾਂਗੇ, ਦਰਵਾਜ਼ਾ ਬੰਦ ਕਰ ਲਵਾਂਗੇ, ਦੁਨੀਆ ਨੂੰ ਪਤਾ ਨਾ ਲੱਗੇ। ਪਰਮਾਤਮਾ ਦੇ ਸਾਹਮਣੇ ਨਾ ਕੋਈ ਪਰਦਾ ਹੁੰਦਾ, ਨਾ ਕੋਈ ਕੁੰਡੀ ਲੱਗਦੀ ਹੈ। ਉਹ ਵੇਖਦਾ ਹੈ, ਕਿਉਂਕਿ ਜੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਜਿੱਥੇ ਉਹ ਤੇਰੇ ਅੰਦਰ ਦੀਆਂ ਗੱਲਾਂ ਜਾਣਦਾ ਹੈ, ਉੱਥੇ ਤੇਰੇ ਕੰਮਾਂ ਨੂੰ ਵੀ ਉਹ ਜਾਣਦਾ, ਵੀ ਬਾਹਰ ਤੂੰ ਕੀ ਕਰਦਾ, ਦੁਨੀਆ ਨੂੰ ਕੀ ਵਿਖਾਉਂਦਾ, ਕਰਦਾ ਤੂੰ ਕੀ ਹੈ। ਇਸ ਤਰ੍ਹਾਂ ਦਾ ਉਹ ਪਰਮਾਤਮਾ ਹੈ। ਗੁਰ ਸਰਵਰ ਹਮ ਹੰਸ ਪਿਆਰੇ। ਸਤਿਗੁਰੂ ਆਪ ਤੇ ਮਾਨ ਸਰੋਵਰ ਹੋ। ਤੇ ਮਾਨ ਸਰੋਵਰ ਤੇ ਗੁਰਮੁਖੋ ਹੰਸ ਰਹਿੰਦੇ, ਜਿਹੜੇ ਮੋਤੀ ਖਾਂਦੇ। ਜੋ ਸਾਡੇ ਗੁਰੂ ਪਾਤਸ਼ਾਹ ਨੇ, ਉਹ ਨੇ ਮਾਨ ਸਰੋਵਰ ਦੇ ਵਾਂਗ। ਤੇ ਜਿੰਨੇ ਆਪਾਂ ਸੰਗਤ ਵਿੱਚ ਆ ਕੇ ਬੈਠੇ ਆ ਨਾ, ਰੋਜ਼ ਰੋਜ਼ਾਨਾ ਹਾਜ਼ਰੀ ਭਰਦੇ ਕੀਰਤਨ ਦੀ, ਕਥਾ ਦੀ, ਦਰਬਾਰ ਦੀ, ਇਹ ਸਾਰੇ ਹੰਸ ਹੀ ਨੇ ਪਰਮਾਤਮਾ ਦੇ, ਜਿਹੜੇ ਗੁਰੂ ਰੂਪੀ ਸਰੋਵਰ ਵਿੱਚ ਆ ਕੇ ਬੈਠੇ ਹਨ। ਸਾਗਰ ਮੈਂ ਰਤਨ ਲਾਲ ਬਹੁਤ ਸਾਰੇ। ਜਿਹੜਾ ਸਾਗਰ ਸਮੁੰਦਰ ਹੈ ਨਾ, ਉਹਦੇ ਵਿੱਚੋਂ ਲਾਲ ਵੀ ਨਿਕਲਦੇ ਨੇ, ਉਹਦੇ ਵਿੱਚੋਂ ਇਸੇ ਤਰ੍ਹਾਂ ਗੁਰਮੁਖੋ ਰਤਨ ਵੀ ਨਿਕਲਦੇ ਨੇ। ਜੋ ਗੁਰੂ ਹੈ, ਗੁਰੂ ਦੇ ਕੋਲ ਰਤਨ ਕੀ ਹੈ? ਜਿਹੜਾ ਵੈਰਾਗ ਹੈ, ਇਹ ਰਤਨ ਹੈ ਅਸਲ ਦੇ ਵਿੱਚ। ਦੁਨੀਆ ਦਾ ਰਤਨ ਖੋਇਆ ਜਾ ਸਕਦਾ ਹੈ, ਦੁਨੀਆ ਦਾ ਰਤਨ ਸਾਨੂੰ ਕਿਸੇ ਮੁਸੀਬਤ ਵਿੱਚ ਪਾ ਸਕਦਾ ਹੈ, ਪਰ ਜਿਹਨੂੰ ਵੈਰਾਗ ਆ ਗਿਆ ਨਾ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਇਹ ਬਚਨ ਮਹਾਰਾਜ ਦੀਆਂ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੈਰਾਗ ਪੈਦਾ ਕਰਨ ਵਾਸਤੇ ਸਾਨੂੰ ਸਵਈਏ ਨਾਮ ਦੀ ਬਾਣੀ ਬਖਸ਼ਿਸ਼ ਕਰ ਦਿੱਤੀ ਹੈ। ਤੇ ਉਹਦੇ ਵਿੱਚ ਮਹਾਰਾਜ ਨੇ ਬੜੇ ਵੈਰਾਗ ਜਨ ਕੋ ਉਪਦੇਸ਼ ਮਹਾਰਾਜ ਨੇ ਬਖਸ਼ਿਸ਼ ਕੀਤੇ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਕਾਹੂ ਲੈ ਪਾਹਨ ਪੂਜ ਧਰਿਓ ਸਿਰ। ਪਾਤਸ਼ਾਹ ਕਹਿਣ ਲੱਗੇ, ਕੋਈ ਪੱਥਰ ਸ਼ਿਵਲਿੰਗ ਨੂੰ ਸਿਰ ਤੇ ਚੁੱਕ ਕੇ ਬੈਠਾ, ਕਾਹੂ ਲੈ ਪਾਹਨ ਪੂਜ ਧਰਿਓ ਸਿਰ। ਕੋਈ ਪੱਥਰ ਨੂੰ ਸਿਰ ਤੇ ਚੁੱਕ ਕੇ ਪੂਜਾ ਕਰਦਾ। ਤੇ ਪਾਤਸ਼ਾਹ ਕਹਿਣ ਲੱਗੇ, ਕਾਹੂ ਜਿਹੜੇ ਵਿਅਕਤੀ ਨੇ, ਕੁਝ ਵਿਅਕਤੀ ਅੱਗੇ ਚੱਲ ਪਏ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ। ਕੋਈ ਸ਼ਿਵਲਿੰਗ ਦੀ ਬਣਾ ਕੇ ਫੋਟੋ ਆਪਣੇ ਗਲ ਵਿੱਚ ਪਾਈ ਬੈਠਾ ਹੈ। ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ। ਕੋਈ ਆਖਦਾ ਰੱਬ ਇਸ ਪਾਸੇ ਆ, ਕੋਈ ਆਖਦਾ ਰੱਬ ਉਸ ਪਾਸੇ ਆ। ਕੋਈ ਪੂਰਬ ਵੱਲ ਨਮਸਕਾਰਾਂ ਕਰੀ ਜਾਂਦਾ, ਕੋਈ ਦੱਖਣ ਵੱਲ ਕਰੀ ਜਾਂਦਾ। ਕਾਹੂ ਲਖਿਓ ਹਰ ਵਾਚੀ ਦਿਸ਼ਾ ਮੈਂ, ਕਾਹੂ ਪਸਾ ਕੋ ਸੀਸ ਨਵਾਇਓ।
ਕੋਈ ਪੱਛਮ ਦੇ ਵੱਲ ਕਹਿੰਦਾ ਰੱਬ ਬੈਠਾ ਹੈ, ਕੋਈ ਦੱਖਣ ਵੱਲ ਕਹਿੰਦਾ ਬੈਠਾ ਹੈ। ਪਾਤਸ਼ਾਹ ਕਹਿਣ ਲੱਗੇ ਕਾਹੂ ਪਸਾਹ ਕੋ ਸੀਸ ਨਵਾਇਓ, ਕੋ ਬੁਤਾਨ ਕੋ ਪੂਜਤ ਹੈ। ਕੋਈ ਬੁੱਤਾਂ ਦੀ ਪੂਜਾ ਕਰਦਾ ਪਿਆ, ਕੋਈ ਪਸ਼ੂਆਂ ਦੀ ਪੂਜਾ। ਸਾਡੇ ਹਿੰਦੁਸਤਾਨ ਵਿੱਚ ਖਾਸ ਕਰਕੇ ਸੱਪਾਂ ਨੂੰ ਵੀ ਦੁੱਧ ਪਿਆਇਆ ਜਾਂਦਾ, ਪੂਜਾ ਹੀ ਹੈ। ਗੁੱਗੇ ਦੀ ਪੂਜਾ, ਗਾਂ ਦੀ ਪੂਜਾ, ਲੋਕੀ ਪੂਜਾ ਕਰਦੇ ਨਾ, ਪੇੜੇ ਦਿੰਦੇ, ਕੀੜੀਆਂ ਨੂੰ ਜਾ ਕੇ ਭੌਣ ਤੇ ਆਟਾ ਪਾ ਕੇ ਆਉਣ। ਪਾਤਸ਼ਾਹ ਕਹਿਣ ਲੱਗੇ ਬਚਨ ਇਹ ਹੈ, ਕੋ ਬੁਤਾਨ ਕੋ ਪੂਜਤ ਹੈ ਪਸ। ਪਸ਼ੂਆਂ ਦੀ ਪੂਜਾ ਵੀ ਇੱਥੇ ਹੁੰਦੀ ਹੈ। ਕੋ ਮਿਰਤਾਨ ਕੋ ਪੂਜਣ ਧਾਇਓ। ਕੋ ਮਰਿਆਂ ਦੇ ਮਗਰ ਚੱਲ ਪਿਆ ਵੀ ਮੈਂ ਜਠੇਰੇ ਪੂਜ ਕੇ ਆਵਾਂ। ਕੂਰ ਕਿਰਿਆ ਔਰ ਜੋ ਸਭ ਹੀ ਜਗ। ਸ੍ਰੀ ਭਗਵਾਨ। ਸਾਰੀ ਦੁਨੀਆ ਝੂਠੀ ਕਿਰਿਆ ਵਿੱਚ ਹੀ ਲੱਗ ਗਈ ਹੈ, ਪਰਮਾਤਮਾ ਦਾ ਭੇਦ ਕਿਸੇ ਨੇ ਪਾਇਆ ਹੀ ਨਹੀਂ। ਇਹ ਵੈਰਾਗ ਦਿੱਤਾ ਮਹਾਰਾਜ ਨੇ ਸਾਨੂੰ ਬਾਣੀ ਵਿੱਚੋਂ ਸਮਝਾ ਕੇ। ਮਹਾਰਾਜ ਕਹਿਣ ਲੱਗੇ ਗੁਰੂ ਐਸਾ ਹੈ, ਸਾਗਰ ਮੈਂ ਰਤਨ, ਗੁਰੂ ਰੂਪੀ ਸਮੁੰਦਰ ਹੈ, ਉਹਦੇ ਵਿੱਚੋਂ ਵੈਰਾਗ ਪ੍ਰਾਪਤ ਹੁੰਦਾ ਇੱਥੇ ਆ ਕੇ, ਵੀ ਮੈਂ ਕਿਹੜੇ ਕੰਮ ਕਰਦਾ ਪਿਆ ਤੇ ਕਿਹੜੇ ਕੰਮਾਂ ਦਾ ਲਾਭ ਤੇ ਘਾਟਾ ਹੈ। ਤੇ ਲਾਲ ਬਹੁਤ ਸਾਰੇ, ਲਾਲ ਨਾਮ ਹੈ ਗੁਰਮੁਖੋ ਪ੍ਰੇਮ ਦਾ। ਗੁਰੂ ਵਿੱਚ ਬੇਅੰਤ ਪ੍ਰੇਮ ਹੈ। ਜਿਹੜਾ ਗੁਰੂ ਨੂੰ ਪਿਆਰ ਕਰਦਾ, ਗੁਰੂ ਫਿਰ ਉਹਨੂੰ ਵੀ ਪਿਆਰ ਕਰਦਾ ਹੈ, ਬਲਕਿ ਕਈ ਗੁਣਾ ਵੱਧ ਕਰਦਾ ਹੈ। ਹਮੇ ਐਸੇ ਤੂੰ ਐਸਾ ਮਾਧੋ, ਬਚਨ ਪੜਿਆ ਨਾ, ਆਪਣੇ ਕਰਤੂਤਾਂ ਕੀ ਨੇ ਤੇ ਗੁਰੂ ਕਿੱਡੀਆਂ ਬਖਸ਼ਿਸ਼ਾਂ ਕਰਦਾ। ਹਮ ਪਾਪੀ ਤੁਮ ਪਾਪ ਖੰਡਨ, ਸਾਡਾ ਕੰਮ ਹੈ ਪਾਪ ਕਰਨਾ, ਗੁਰੂ ਦਾ ਕੰਮ ਹੈ ਪਾਪ ਨੂੰ ਤੋੜਨਾ, ਕੱਟਣਾ, ਦੂਰ ਕਰਨਾ ਸਾਡੇ ਤੋਂ। ਐਸਾ ਉਹ ਸਮਰੱਥ, ਐਸਾ ਪਿਆਰ ਕਰਕੇ ਐਸੇ ਕੰਮ ਕਰਦਾ ਹੈ। ਮੋਤੀ ਮਾਣਕ ਹੀਰਾ ਹਰ ਜਸ। ਗੁਰਮੁਖੋ ਮੋਤੀ ਦੀ ਨਿਆਈ ਸ਼ੁੱਧਤਾ ਹੈ। ਗੁਰੂ ਸ਼ੁੱਧ ਸਰੂਪ ਹੈ। ਗੁਰੂ ਕੋਲ ਆ ਜਾਵਾਂਗੇ ਅਸੀਂ ਵੀ ਸ਼ੁੱਧ ਹੋ ਜਾਵਾਂਗੇ। ਗੁਰੂ ਐਸਾ ਸ਼ੁੱਧ ਹੈ, ਉਹਦੇ ਕੋਲ ਸੰਗਤ ਵਿੱਚ ਆ ਕੇ ਆਪ ਸ਼ੁੱਧ ਹੋ ਜਾਂਦਾ। ਮੋਤੀ ਤੋਂ ਭਾਵ ਹੈ ਸ਼ੁੱਧਤਾ। ਤੇ ਅੱਗੇ ਮਾਨਕ, ਮਾਨਕ ਤੋਂ ਭਾਵ ਹੈ ਸਰਵਣ ਕਰਨਾ। ਗੁਰੂ ਕੋਲ ਆ ਕੇ ਬੈਠਾਂਗੇ, ਚੰਗਾ ਬਚਨ ਹੀ ਸਰਵਣ ਹੋਵੇਗਾ। ਗੁਰੂ ਕੋਲ ਆ ਕੇ ਬੈਠਾਂਗੇ, ਇੱਥੇ ਚੰਗੀ ਕਮਾਈ ਕਰਨ ਦਾ। ਜਦੋਂ ਆਪਾਂ ਸਾਖੀ ਸਰਵਣ ਕੀਤੀ ਹੈ, ਭਾਈ ਸ਼ਮੀਰ ਨੇ ਆਖਿਆ ਨਾ ਮਹਾਰਾਜ 84 ਕੱਟ ਦਿਓ, ਤੇ ਪਾਤਸ਼ਾਹ ਕਹਿੰਦੇ ਭਾਈ ਸ਼ਮੀਰ ਕੱਟੀ ਗਈ ਹੈ। ਇੱਕ ਤਰਖਾਣ ਸਿੱਖ ਵੀ ਕੋਲ ਹੀ ਬੈਠਾ ਸੀ। ਉਹਨੇ ਵੇਖਿਆ ਵੀ ਮਹਾਰਾਜ ਤੇ ਦਾਤਾਂ ਦਿੰਦੇ ਪਏ, ਮੈਂ ਕਿਉਂ ਪਿੱਛੇ ਰਵਾਂ। ਛੇਤੀ ਨਾਲ ਬੋਲਿਆ, ਕਹਿਣ ਲੱਗਾ ਮਹਾਰਾਜ ਮੇਰੀ ਵੀ ਕੱਟ ਦਿਓ। ਸਤਿਗੁਰੂ ਹੱਸ ਕੇ ਉਹਦੇ ਵੱਲ ਵੇਖ ਕੇ ਕਹਿਣ ਲੱਗੇ, ਕਹਿੰਦੇ ਚੰਗਾ ਤੂੰ ਸ਼ਮੀਰ ਦੇ ਨਾਲ ਆਇਆ, ਤੇਰੀ ਵੀ 84 ਕੱਟੀ ਗਈ। ਗੁਰੂ ਐਸਾ ਸਮਰੱਥ ਹੈ, ਜਿਹੜੇ ਚੰਗਿਆਂ ਦੀ ਸੰਗਤ ਕਰਦੇ ਉਹ ਵੀ ਤਰ ਜਾਂਦੇ। ਤਾਂ ਹੀ ਮਹਾਰਾਜ ਨੇ ਆਖਿਆ ਨਾ, ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ। ਜੇ ਹੁਣ ਭਾਈ ਸ਼ਮੀਰ ਦੇ ਉਹ ਨਾਲ ਨਾ ਜਾਂਦਾ ਤੇ ਹੋ ਸਕਦਾ ਉਹ ਵਿਚਾਰਾ 84 ਦੇ ਜੂਨਾਂ ਵਿੱਚ ਪਿਆ ਹੀ ਰਹਿੰਦਾ। ਚੰਗੇ ਵਿਅਕਤੀ ਦੀ ਸੰਗਤ ਕਰਕੇ ਮਹਾਰਾਜ ਦੀ ਪ੍ਰਸੰਨਤਾ ਵੇਖ ਕੇ ਉਹਨੇ ਵੀ ਆਖਿਆ ਮਹਾਰਾਜ ਮੇਰੇ ਤੇ ਵੀ ਕਿਰਪਾ ਹੀ ਕਰ ਦਿਓ। ਸਤਿਗੁਰੂ ਐਸੇ ਸਮਰੱਥ ਨੇ। ਮਹਾਰਾਜ ਕਹਿਣ ਲੱਗੇ ਭਾਈ ਜਿਹੜਾ ਸੰਗਤ ਵਿੱਚ ਆ ਕੇ ਸ਼ਰਵਣ ਕਰਦਾ ਹੈ ਨਾ ਗੁਰੂ ਦੇ ਬਚਨ, ਗੁਰੂ ਉਹਨਾਂ ਨੂੰ ਵੀ ਮੁਕਤੀ ਦੇ ਦਿੰਦਾ ਹੈ। ਇਹ ਸਰਵਣ ਕਰਨ ਦੀ ਦਾਤ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਐਸੇ ਜਿਹੜੇ ਦੁਨੀਆ ਤੇ ਹੋਏ ਉਹ ਨਾਮ ਨੂੰ ਸੁਣਨ ਵਾਲਿਆਂ ਦਾ ਹੀ ਭਲਾ ਹੋ ਗਿਆ ਹੈ। ਦੂਜਾ ਬਚਨ ਹੈ ਗੁਰਮੁਖੋ ਮੰਨਣ ਕਰਨ ਦਾ। ਜਿਨ੍ਹਾਂ ਨੇ ਸੁਣ ਕੇ ਮੰਨਿਆ ਵੀ, ਆਪਾਂ ਕਮਾਈ ਕਰਨੀ ਉਹਨਾਂ ਬਚਨਾਂ ਦੀ, ਵੀ ਸਤਿਗੁਰੂ ਨੇ ਜੇ ਬਚਨ ਕਿਹਾ ਤੇ ਕਮਾਉਣਾ ਵੀ ਹੈ ਜ਼ਿੰਦਗੀ ਦੇ ਵਿੱਚ। ਜਿਨ੍ਹਾਂ ਨੇ ਉਹ ਬਚਨ ਕਮਾਇਆ ਹੈ ਉਹਨਾਂ ਦੀ ਮਹਿਮਾ ਹੋਰ ਵੀ ਅਪਰੰਪਾਰ ਹੈ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਉਹਨਾਂ ਦੇ ਆਸਨ ਜਿਨ੍ਹਾਂ ਨੇ ਕਮਾਈ ਕੀਤੀ ਹੈ, ਮੰਨਣ ਤੋਂ ਅੱਗੇ ਫਿਰ ਕਮਾਈ ਕਰਨ ਵਾਲੇ ਪਾਸੇ ਵੀ ਚੱਲਣਾ ਹੈ। ਇਹ ਦਾਤਾਂ ਦਿੰਦੇ। ਹੀਰਾ ਨਾਮ ਹੈ ਗੁਰਮੁਖੋ ਜਸ ਦਾ, ਕੀਰਤਨ ਨਿਰਬੋਲਕ ਹੀਰਾ, ਆਨੰਦ ਗੁਣੀ ਗਹੀਰਾ। ਸੋ ਹੀਰੇ ਤੋਂ ਭਾਵ ਹੁੰਦਾ ਜਸ, ਪਰਮਾਤਮਾ ਦਾ ਜਸ ਵੀ ਦਿਨੇ ਰਾਤ ਕਰਦਾ ਹੈ। ਮੋਤੀ ਮਾਣਕ ਹੀਰਾ ਹਰ ਜਸ, ਗਾਵਤ ਮਨ ਤਨ ਭੀਨਾ ਹੈ। ਗੁਰਮੁਖਾਂ ਦਾ ਮਨ ਤੇ ਤਨ ਭਿੱਜ ਜਾਂਦਾ ਉਹਦੇ ਜਸ ਨੂੰ ਗਾਉਂਦਿਆਂ ਹੋਇਆ। ਸੁਨ ਸ਼ਬਦ ਤੁਮਾਰਾ ਮੇਰਾ ਮਨ ਭੀਨਾ। ਗੁਰਬਾਣੀ ਦਾ ਬਚਨ, ਸਤਿਗੁਰੂ ਤੁਹਾਡਾ ਸ਼ਬਦ ਸੁਣ ਕੇ ਮੇਰਾ ਮਨ ਭਿੱਜ ਗਿਆ, ਸ਼ਬਦ ਵਿੱਚ ਹੀ ਰੰਗਿਆ ਗਿਆ। ਐਸੀ ਆਪ ਦਾਤ ਬਖਸ਼ਿਸ਼ ਕਰਦੇ ਹੋ। ਹਰ ਅਗਮ ਗਾਹ ਅਗਾਧ ਨਿਰਾਲਾ। ਉਹ ਪਰਮਾਤਮਾ ਅਗਮ ਹੈ। ਅਗਮ ਕਹੀਏ ਮਨ ਦੀ ਪਹੁੰਚ ਉੱਥੇ ਨਹੀਂ। ਅਸੀਂ ਇੱਥੇ ਬੈਠੇ ਆ, ਸਾਡਾ ਕੋਈ ਬੱਚਾ ਵਿਦੇਸ਼ ਵਿੱਚ ਵੀ ਬੈਠਾ ਨਾ, 1 ਸਕਿੰਟ ਤੋਂ ਪਹਿਲਾਂ ਸਾਡੇ ਮਨ ਦਾ ਖਿਆਲ ਉੱਥੇ ਪਹੁੰਚ ਜਾਣਾ ਹੈ। ਪਰਮਾਤਮਾ ਇੱਕ ਐਸਾ ਹੈ, ਉਹ ਹੈ ਸਾਡੇ ਨਾਲ ਹੀ ਹੈ, ਦੂਰ ਨਹੀਂ ਹੈ। ਬੱਚਾ ਤੇ ਸਾਡਾ 1000 ਕਿਲੋਮੀਟਰ ਜਾਂ 5-7 ਹਜ਼ਾਰ ਕਿਲੋਮੀਟਰ ਦੂਰ ਹੋ ਸਕਦਾ, ਮਨ ਉੱਥੇ ਛਿਣ ਵਿੱਚ ਹੀ ਪਹੁੰਚ ਗਿਆ। ਪਰਮਾਤਮਾ ਦੂਰ ਨਹੀਂ, ਤੇਰੇ ਨਾਲ ਹੈ, ਪਰ ਫਿਰ ਵੀ ਮਨ ਦੀ ਪਹੁੰਚ ਉਹਦੇ ਤੱਕ ਨਹੀਂ ਹੈ। ਕੋਈ ਮਨ ਕਰਕੇ ਜਿੰਨਾ ਮਰਜ਼ੀ ਚਤੁਰ ਹੋਵੇ, ਚਲਾਕ ਹੋਵੇ,
ਮਨ ਕਰਕੇ ਰੱਬ ਨੂੰ ਫੜਿਆ ਨਹੀਂ ਜਾਂਦਾ ਹੈ। ਸੋ ਤਾਂ ਉਸ ਨੂੰ ਕਿਹਾ ਜਾਂਦਾ ਅਗਮ, ਮਨ ਦੀ ਗਮਤਾ ਉਹਦੇ ਤੱਕ ਨਹੀਂ, ਪਹੁੰਚ ਨਹੀਂ ਹੈ। ਅਗਾਧ ਤੋਂ ਭਾਵ ਗੁਰਮੁਖੋ ਉਹ ਜੋ ਪਰਮਾਤਮਾ ਹੈ ਬੜਾ ਡੂੰਘਾ ਹੈ, ਬੜਾ ਵਿਸ਼ਾਲ ਹੈ, ਉਹਦਾ ਅੰਤ ਨਹੀਂ ਕਿਸੇ ਨੇ ਪਾਇਆ ਅਜੇ ਤੱਕ ਤੇ ਨਾ ਕੋਈ ਪਾ ਸਕੇਗਾ। ਤੇ ਪਾਤਸ਼ਾਹ ਕਹਿਣ ਲੱਗੇ ਅਗਾਹ ਤੋਂ ਭਾਵ ਹੁੰਦਾ ਅਪਕੜ, ਫੜਿਆ ਵੀ ਨਹੀਂ ਜਾਂਦਾ। ਜਿਵੇਂ ਆਪਾਂ ਕਿਸੇ ਨੂੰ ਜੱਫਾ ਮਾਰ ਕੇ ਫੜ ਸਕਦੇ ਹਾਂ, ਰੱਸੇ ਨਾਲ ਬੰਨ੍ਹ ਸਕਦੇ ਹਾਂ, ਪਰਮਾਤਮਾ ਨੂੰ ਫੜਿਆ ਨਹੀਂ ਜਾਂਦਾ, ਉਹ ਅਪਕੜ ਹੈ, ਹੱਥਾਂ ਵਿੱਚ ਵੀ ਨਹੀਂ ਆਉਂਦਾ ਹੈ। ਐਸਾ ਸਮਰੱਥ ਹੈ, ਨਿਰਾਲਾ, ਸਾਰਿਆਂ ਤੋਂ ਅਸੰਗ ਰਹਿਣ ਵਾਲਾ। ਕਿਉਂਕਿ ਜਦੋਂ ਸਰੀਰ ਮਰ ਜਾਂਦਾ ਹੈ ਪਰਮਾਤਮਾ ਦੀ ਮੌਤ ਨਹੀਂ ਹੁੰਦੀ ਹੈ, ਕਿਉਂਕਿ ਉਹ ਨਿਰਾਲਾ ਹੈ, ਐਸੀ ਉਸ ਦੀ ਸਮਰੱਥਾ ਹੈ। ਹਰ ਅੰਤ ਨਾ ਪਾਈਐ ਗੁਰ ਗੋਪਾਲਾ। ਜਿਹੜੇ ਗੁਰੂ ਪਾਤਸ਼ਾਹ ਪੂਜਨੀਕ ਹਨ, ਗੋਪਾਲ ਹਰੀ ਦਾ ਅੰਤ ਨਹੀਂ ਪਾਇਆ ਜਾਂਦਾ, ਇਹ ਗੁਰੂ ਨੇ ਬਚਨ ਸਮਝਾਇਆ। ਦੁਨੀਆ ਵਿੱਚ ਬੜੇ ਬੜੇ ਵਿਅਕਤੀ ਹੋਏ ਸ਼ਕਤੀਸ਼ਾਲੀ, ਜਿਨ੍ਹਾਂ ਨੇ ਯਤਨ ਇਹ ਕੀਤਾ ਵੀ ਰੱਬ ਦਾ ਅੰਤ ਪਾ ਕੇ ਆਈਏ। ਕੁਝ ਐਸੇ ਨੇ ਕਹਿੰਦੇ ਧਰਤੀ ਦਾ ਅੰਤ ਪਾ ਕੇ ਆਈਏ। ਪਰਮਾਤਮਾ ਦਾ ਅੰਤ ਨਹੀਂ ਹੈ, ਉਹ ਬੇਅੰਤ ਹੈ। ਬੇਅੰਤ ਬੇਅੰਤ ਨੇਤ ਨੇਤ ਬੇਅੰਤ ਕੋ ਕਰੰਤ ਪਾਠ ਪੇਖੀਐ। ਕਹਿਣ ਲੱਗੇ ਵੇਦ ਵੀ ਉਸ ਨੂੰ ਬੇਅੰਤ ਹੀ ਕਹਿੰਦਾ, ਐਸਾ ਉਹ ਪਰਮਾਤਮਾ ਹੈ। ਸਤਿਗੁਰ ਮਤ ਤਾਰੇ ਤਾਰਨ ਹਾਰਾ। ਸਤਿਗੁਰੂ ਪਾਤਸ਼ਾਹ ਐਸੇ ਨੇ ਜਿਹੜੇ ਮਤ ਸਿੱਖਿਆ ਦਿੰਦੇ ਨੇ। ਮਹਾਰਾਜ ਦਾ ਕਾਰਜ ਹੈ ਵੀ ਸਿੱਖਿਆ ਦੇਣੀ, ਚੰਗੇ ਤੇ ਮਾੜੇ ਦੀ, ਭਲੇ ਤੇ ਬੁਰੇ ਦੀ। ਤੇ ਜਿਹੜੇ ਸਿੱਖਿਆ ਦੇ ਉੱਪਰ ਚੱਲ ਪਏ ਉਹਨਾਂ ਨੂੰ ਮਹਾਰਾਜ ਤਾਰ ਦਿੰਦੇ। ਜਿਹੜੇ ਸਿੱਖਿਆ ਮੰਨਣ ਤੋਂ ਬਾਅਦ ਵਿੱਚ ਵੀ ਆਖਣ ਵੀ ਨਹੀਂ ਅਸੀਂ ਟੋਏ ਵਿੱਚ ਹੀ ਡਿੱਗਣਾ, ਤੇ ਫਿਰ ਉਹ ਉਹਨਾਂ ਦੀ ਮਰਜ਼ੀ ਹੈ। ਸਤਿਗੁਰੂ ਜੀ ਸਿੱਖਿਆ ਦੇ ਕੇ ਤਾਰਦੇ, ਤੇ ਤਰਦਾ ਉਹ ਹੈ ਜਿਹੜਾ ਗੁਰੂ ਦੇ ਬਚਨ ਦੇ ਉੱਪਰ ਚੱਲ ਪੈਂਦਾ ਹੈ। ਮੇਲ ਲਏ ਰੰਗ ਲੀਨਾ ਹੈ। ਫਿਰ ਜਿਹੜੇ ਬਚਨ ਤੇ ਚੱਲਦੇ ਨੇ ਨਾ ਸਤਿਗੁਰੂ ਜੀ, ਫਿਰ ਉਹਨਾਂ ਨੂੰ ਆਪਣੇ ਪ੍ਰੇਮ ਦੇ ਵਿੱਚ ਬੰਨ੍ਹ ਲੈਂਦੇ, ਆਪਣਾ ਪ੍ਰੇਮ ਬਖਸ਼ਿਸ਼ ਕਰ ਦਿੰਦੇ। ਤੇ ਜਿਨ੍ਹਾਂ ਨੂੰ ਪ੍ਰੇਮ ਬਖਸ਼ਿਸ਼ ਕਰ ਲੈਂਦੇ, ਫਿਰ ਪਾਤਸ਼ਾਹ ਕਹਿਣ ਲੱਗੇ ਉਹਨਾਂ ਨੂੰ ਆਪਣੇ ਨਾਲ ਮਿਲ ਕੇ, ਆਪਣੇ ਕੋਲੋਂ ਪ੍ਰੇਮ ਬਖਸ਼ਿਸ਼ ਕਰਕੇ ਫਿਰ ਅਕਾਲ ਪੁਰਖ ਦੇ ਨਾਲ ਮਿਲ ਦਿੰਦੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਐਸੀ ਮਹਾਰਾਜ ਦਾਤ ਦਿੰਦੇ ਹਨ। ਸਤਿਗੁਰ ਬਾਝੋ ਮੁਕਤ ਕੇ ਨਹੀਂ। ਸਤਿਗੁਰੂ ਤੋਂ ਬਿਨਾ ਕਿਸੇ ਤਰ੍ਹਾਂ ਵੀ ਮੁਕਤੀ ਦੀ ਪ੍ਰਾਪਤੀ ਜਿਹੜੀ ਹੈ ਉਹ ਨਹੀਂ ਹੋ ਸਕਦੀ ਹੈ, ਭਾਵੇਂ ਕੋਈ ਕਿੰਨੇ ਵੀ ਯਤਨ ਕਰ ਲਵੇ। ਗੁਰਮੁਖੋ ਮੁਕਤੀਆਂ ਵੀ 4 ਤਰ੍ਹਾਂ ਦੀਆਂ ਨੇ। ਜੇ ਗੁਰੂ ਧਾਰਨ ਨਹੀਂ ਨਾ ਕੀਤਾ, ਕਿਸੇ ਨੂੰ ਸਰੂਪ ਮੁਕਤੀ ਮਿਲਦੀ ਹੈ, ਦੇਵਤੇ ਵਰਗਾ ਹੀ ਬਣ ਜਾਣਾ। ਸਮੀਪ ਮੁਕਤੀ ਮਿਲ ਜਾਂਦੀ ਹੈ, ਕੋਲ ਰਹਿਣ ਵਾਲਾ ਸਮਾਂ ਮਿਲ ਜਾਣਾ। ਸਜੁਜ ਮੁਕਤੀ ਮਿਲ ਜਾਂਦੀ ਹੈ, ਉਹਦੇ ਵਰਗੇ ਕੰਮ ਕਰਨ ਲੱਗ ਪੈਣਾ। ਇਹ ਮੁਕਤੀਆਂ ਤੇ ਮਿਲ ਜਾਂਦੀਆਂ, ਪਰ ਇਹ ਮੁਕਤੀਆਂ ਦਾ ਇੱਕ ਸਮਾਂ ਹੈ। ਜਿੰਨਾ ਸਮਾਂ ਜਪ ਤਪ ਕੀਤਾ ਹੈ ਉਹਨਾਂ ਕੁ ਸਮਾਂ ਇਹ ਮੁਕਤੀ ਮਿਲੇਗੀ, ਬਾਅਦ ਵਿੱਚ ਫਿਰ ਦੁਨੀਆ ਤੇ ਆਉਣਾ ਪਵੇਗਾ। ਪਰ ਜਿਹੜੀ ਕੇਵਲ ਮੋਕਸ਼ ਹੈ ਉਹ ਐਸੀ ਮੁਕਤੀ ਹੈ, ਫਿਰ ਦੁਨੀਆ ਤੇ ਨਹੀਂ ਆਉਣਾ ਪਵੇਗਾ। ਭਗਤਾਂ ਨੇ ਤਾਂ ਹੀ ਆਖਿਆ ਬਹੁਰ ਹਮ ਕਾਹੇ ਆਵੇਂਗੇ, ਫਿਰ ਨਹੀਂ ਅਸੀਂ ਦੁਨੀਆ ਤੇ ਆਵਾਂਗੇ। ਕਿਉਂ? ਕਿਉਂਕਿ ਕੇਵਲ ਮੋਕਸ਼ ਪ੍ਰਾਪਤ ਹੋ ਗਿਆ ਹੈ। ਸੋ ਪਾਤਸ਼ਾਹ ਕਹਿਣ ਲੱਗੇ ਸਤਿਗੁਰੂ ਬਾਝੋ ਮੁਕਤ ਕਨੇਹੀ। ਦੁਨੀਆ ਦੇ ਲੋਕ ਆਖਦੇ ਮੈਨੂੰ ਆਹ ਮੁਕਤੀ ਮਿਲ ਗਈ ਹੈ, ਮੈਨੂੰ ਉਹ ਮੁਕਤੀ ਮਿਲ ਗਈ ਹੈ, ਪਰ ਕੇਵਲ ਮੋਕਸ਼ ਗੁਰੂ ਬਿਨਾਂ ਪ੍ਰਾਪਤ ਨਹੀਂ ਹੁੰਦੀ ਹੈ। ਉਹ ਆਦ ਜੁਗਾਦੀ ਰਾਮ ਸਨੇਹੀ। ਉਹ ਜੋ ਗੁਰੂ ਪਾਤਸ਼ਾਹ ਹਨ, ਆਦ ਕਹੀਏ ਸਦਾ ਸਦਾ ਹੀ ਰਾਮ ਦੇ ਸਨੇਹੀ ਹਨ। ਗੁਰੂ ਤੇ ਸਦਾ ਹੀ ਪ੍ਰਮਾਤਮਾ ਨੂੰ ਪਿਆਰ ਕਰਦਾ ਹੈ, ਪਿਆਰ ਸਦਾ ਹੀ ਪ੍ਰਮਾਤਮਾ ਗੁਰੂ ਨੂੰ ਕਰਦਾ ਹੈ। ਇਸ ਤਰ੍ਹਾਂ ਇੱਕ ਦੂਜੇ ਦੇ ਨਾਲ ਪਿਆਰ ਕਰਦੇ। ਪਰ ਜਿਹੜਾ ਗੁਰੂ ਨੂੰ ਮਿਲ ਜਾਂਦਾ ਸਤਿਗੁਰੂ ਉਸ ਨੂੰ ਵੀ ਤਾਰ ਦਿੰਦੇ ਹਨ। ਦਰਗਾਹ ਮੁਕਤ ਕਰੇ ਕਰ ਕਿਰਪਾ। ਇਹ ਜਿਹੜੀ ਸਤ ਸੰਗਤ ਹੈ ਨਾ, ਜਿੱਥੇ ਬੈਠੇ ਹੋ, ਇਹ ਦਰਗਾਹ ਹੈ। ਇਹ ਹੈ ਰੱਬ ਦੀ ਦਰਗਾਹ, ਸੱਚੀ ਦਰਗਾਹ ਜਿਹਨੂੰ ਕਿਹਾ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੋ ਸਤ ਸੰਗਤ ਦਰਗਾਹ ਵਿੱਚ ਆਇਆ ਹੈ, ਸਤਿਗੁਰੂ ਉਹਦੇ ਤੇ ਪਹਿਲਾਂ ਕਿਰਪਾ ਕਰਦੇ ਨੇ। ਜਿਹੜੇ ਸੰਗਤ ਵਿੱਚ ਆ ਗਏ ਨਾ, ਇਸ ਦਰਗਾਹ ਵਿੱਚ ਆ ਕੇ ਬੈਠੇ, ਇੱਥੇ ਦਰਗਾਹ ਵਿੱਚ ਆ ਕੇ ਬੈਠਿਆਂ ਤੇ ਪਾਤਸ਼ਾਹ ਕਹਿਣ ਲੱਗੇ ਕਰੇ ਕਰ ਕਿਰਪਾ। ਸਤਿਗੁਰੂ ਪਹਿਲਾਂ ਕਿਰਪਾ ਕਰਦੇ। ਕਾਹਦੀ ਕਿਰਪਾ ਕਰਦੇ? ਮਹਾਰਾਜ ਦੱਸਦੇ ਹਨ। ਬਖਸ਼ੇ ਅਵਗੁਣ ਕੀਨਾ ਹੈ। ਸਤਿਗੁਰੂ ਜੀ ਇੱਥੇ ਬੈਠਿਆਂ ਦੇ ਪਹਿਲਾਂ ਔਗਣ ਬਖਸ਼ਦੇ ਨੇ। ਜਿਹੜੀ ਸੰਗਤ ਵਿੱਚ ਆਪਾਂ ਬੈਠੇ ਆ ਨਾ, ਆ ਕੇ ਇੱਥੇ ਬੜੀ ਕਿਰਪਾ ਹੁੰਦੀ ਹੈ। ਇੱਥੇ ਮਹਾਰਾਜ ਪਹਿਲਾਂ ਔਗਣ ਬਖਸ਼ ਦਿੰਦੇ, ਮਾਫ ਕਰ ਦਿੰਦੇ, ਔਗਣਾਂ ਨੂੰ ਪਹਿਲਾਂ ਪਰੇ ਕਰਦੇ। ਸਿੱਖ ਦੇ ਵਿੱਚ ਇਹ ਔਗਣ ਹੈ। ਹੌਲੀ ਹੌਲੀ ਸਮਰੱਥਾ ਦੇ ਕੇ ਉਸ ਔਗਣ ਤੋਂ, ਕੋਈ ਚੋਰੀ ਵਿੱਚ ਪਿਆ, ਕੋਈ ਯਾਰੀ ਵਿੱਚ ਪਿਆ, ਕੋਈ ਕਾਮ ਵਿੱਚ ਪਿਆ, ਕੋਈ ਕ੍ਰੋਧ ਵਿੱਚ ਪਿਆ, ਕੋਈ ਠੱਗੀ ਫਰੇਬ ਦੇ ਵਿੱਚ ਪਿਆ, ਕੋਈ ਨਿੰਦਿਆ ਚੁਗਲੀ ਦੇ ਵਿੱਚ ਪਿਆ, ਸਤਿਗੁਰੂ ਕਿਰਪਾ ਕਰਕੇ ਇਹਨਾਂ ਔਗਣਾਂ ਨੂੰ ਪਹਿਲਾਂ ਬਖਸ਼ਦੇ, ਮਾਫ ਕਰ ਦਿੰਦੇ ਸਿੱਖ ਨੂੰ।
ਤੇ ਜਦੋਂ ਔਗਣ ਬਖਸ਼ਿਸ਼ ਕਰ ਦਿੰਦੇ, ਮਾਫ ਕਰ ਦਿੰਦੇ, ਫਿਰ ਮਹਾਰਾਜ ਸਾਹਿਬ ਜੀ ਮੁਕਤ ਵੀ ਕਰ ਦਿੰਦੇ, ਮੁਕਤੀ ਦੀ ਦਾਤ ਦਿੰਦੇ। ਐਸੇ ਸਤਿਗੁਰੂ ਸਮਰੱਥ ਨੇ। ਇਸੇ ਪੰਕਤੀ ਨੂੰ ਮਹਾਰਾਜ ਸਾਹਿਬ ਜੀ ਸਾਨੂੰ ਸਮਝਾਉਣ ਵਾਸਤੇ ਦੁਬਾਰਾ ਫਿਰ ਬਖਸ਼ਿਸ਼ ਕਰਕੇ ਫਰਮਾਉਂਦੇ ਹਨ। ਸਤਿਗੁਰ ਬਾਝੋ ਮੁਕਤ ਕਨੇਹੀ, ਉਹ ਆਦ ਜੁਗਾਦੀ RAM ਸਨੇਹੀ। ਦਰਗਹਿ ਮੁਕਤ ਕਰੇ ਕਰ ਕਿਰਪਾ, ਬਖਸ਼ੇ ਔਗਣ ਕੀ ਜਾਂ ਨਾਹੇ। ਆਪਾਂ ਇਸ ਤਰ੍ਹਾਂ ਕਹਿ ਲਈਏ, ਇਸ ਲੋਕ ਦੇ ਵਿੱਚ ਸਤਿਗੁਰੂ ਜੀ ਕੀਤੇ ਹੋਏ ਔਗਣਾਂ ਨੂੰ ਬਖਸ਼ ਦਿੰਦੇ। ਅਸੀਂ ਇਸ ਲੋਕ ਵਿੱਚ ਬੜੇ ਔਗਣ ਕਰਦੇ ਹਨ। ਹਮ ਅਵਗੁਣ ਭਰੇ ਇੱਕ ਗੁਣ ਇਹ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ। ਔਗਣ ਸਾਡੇ ਔਗਣਾਂ ਦੀ, ਗੁਨਾਹਾਂ ਦੀ ਕੋਈ ਗਿਣਤੀ ਨਹੀਂ ਹੈ। ਸਤਿਗੁਰੂ ਪਹਿਲਾਂ ਇਸ ਲੋਕ ਦੇ ਵਿੱਚ ਔਗਣਾਂ ਨੂੰ ਬਖਸ਼ਦੇ, ਤੇ ਫਿਰ ਜਦੋਂ ਜੀਵ ਔਗਣ ਮਾਫ ਹੋ ਜਾਂਦੇ, ਪਰਲੋਕ 'ਚ ਜਾਈਦਾ ਹੈ ਨਾ, ਸਤਿਗੁਰੂ ਪਰਲੋਕ ਦੇ ਵਿੱਚ ਫਿਰ ਉਸ ਵੇਲੇ ਮੁਕਤੀ ਦੀ ਦਾਤ ਬਖਸ਼ਿਸ਼ ਕਰ ਦਿੰਦੇ, ਮੁਕਤ ਕਰ ਦਿੰਦੇ ਪਰਲੋਕ ਦੇ ਵਿੱਚ ਵੀ। ਉੱਥੇ ਵੀ ਫਿਰ ਲੇਖਾ ਜੋਖਾ ਨਹੀਂ ਮੰਗਦੇ ਹਨ, ਐਸੀ ਦਾਤ ਆਪਣੇ ਸਿੱਖ ਨੂੰ ਦਿੰਦੇ ਹਨ। ਸਤਿਗੁਰ ਦਾਤਾ ਮੁਕਤ ਕਰਾਏ। ਸਤਿਗੁਰੂ ਐਸੇ ਦਾਤੇ ਨੇ ਜਿਹੜੇ ਮੰਦ ਕਰਮਾਂ ਤੋਂ ਮੁਕਤ ਕਰਵਾ ਦਿੰਦੇ, ਮਾੜੀਆਂ ਆਦਤਾਂ ਤੋਂ ਸਤਿਗੁਰੂ ਮੁਕਤ ਕਰਵਾ ਦਿੰਦੇ ਸਮਰੱਥਾ ਦੇ ਕੇ। ਕਿਉਂਕਿ ਮਾੜੀਆਂ ਆਦਤਾਂ ਜਿਹੜੀਆਂ ਮਾੜੇ ਕਰਮਾਂ ਕਰਕੇ ਆਈਆਂ, ਮਾੜੇ ਕਰਮ ਅਸੀਂ ਕੀਤੇ, ਉਹਦੇ ਕਰਕੇ ਮਾੜੀਆਂ ਆਦਤਾਂ ਬਣ ਗਈਆਂ। ਸਤਿਗੁਰੂ ਐਸੇ ਸਮਰੱਥ ਨੇ, ਪਾਤਸ਼ਾਹ ਕਹਿਣ ਲੱਗੇ ਔਗਣਾਂ ਤੋਂ, ਮਾੜੇ ਕਰਮਾਂ ਤੋਂ ਮਹਾਰਾਜ ਜੀ ਮੁਕਤ ਕਰਵਾ ਦਿੰਦੇ ਹਨ। ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਆਪਣਾ ਅੰਮ੍ਰਿਤ ਰਸ ਦੇ ਕੇ ਨਾ, ਨਾਮ ਦਾ ਰਸ ਬਖਸ਼ਿਸ਼ ਕਰਕੇ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੈ ਸੋ ਜੀਵੈ, ਨਾਮ ਰੂਪੀ ਅੰਮ੍ਰਿਤ ਨੂੰ ਬਖਸ਼ਿਸ਼ ਕਰਕੇ ਮਹਾਰਾਜ ਸਾਹਿਬ ਜੀ ਉਸ ਵੇਲੇ ਸਾਰਿਆਂ ਰੋਗਾਂ ਨੂੰ ਨਾਸ਼ ਕਰ ਦਿੰਦੇ। ਕਿਉਂਕਿ ਸਰਬ ਰੋਗ ਕੋ ਔਖਦ ਨਾਮ, ਨਾਮ ਐਸਾ ਹੈ ਜਿਹੜਾ ਸਾਰੇ ਰੋਗਾਂ ਨੂੰ ਕੱਟਣ ਦੀ ਸਮਰੱਥਾ ਰੱਖਦਾ ਹੈ। ਜਮ ਜਗਾਤ ਨਾਹੀ ਕਰ ਲਾਗੈ। ਦੇਖੋ, ਜਦੋਂ ਕੋਈ ਅਸੀਂ ਵਸਤੂ ਲੈਂਦੇ ਆ ਨਾ, ਟੈਕਸ ਦੇ ਕੇ ਆਉਂਦੇ ਹਾਂ, ਜਦੋਂ ਵੇਚਦੇ ਆ ਫਿਰ ਉਹਦੇ ਉੱਪਰ ਟੈਕਸ ਲੱਗਦਾ, ਕਰ ਲੱਗਦਾ ਹੈ। ਇਸ ਤਰ੍ਹਾਂ ਜਿਹੜੇ ਦੁਨੀਆ ਦੇ ਵਿੱਚ ਲੋਕ ਰਹਿ ਕੇ ਜਪ ਕਰਦੇ, ਤਪ ਕਰਦੇ, ਦਾਨ ਕਰਦੇ, ਜਗ ਕਰਦੇ, ਇਹਨਾਂ ਸਾਰਿਆਂ ਦੇ ਉੱਪਰ ਟੈਕਸ ਲੱਗਣਾ ਹੈ। ਜਮ ਜਿਹੜੇ ਨੂੰ ਟੈਕਸ ਲਾਉਂਦੇ ਵੀ, ਲਿਆ ਭਾਈ ਤੂੰ ਇੰਨੇ ਜਪ ਕੀਤੇ ਨੇ, ਉਹਦੇ ਵਿੱਚੋਂ ਇੱਕ ਜਪ ਸਾਨੂੰ ਦੇ ਦੇ, ਇੰਨੇ ਤਪ ਕੀਤੇ, ਇੱਕ ਤਪ ਸਾਨੂੰ ਦੇ ਦੇ, ਅਸੀਂ ਤੇਰੀ ਮਦਦ ਕਰਾਂਗੇ। ਜਿਵੇਂ ਕਿਸੇ ਚੋਰ ਨੂੰ ਪੁਲਿਸ ਵਾਲੇ ਫੜ ਕੇ ਲੈ ਜਾਂਦੇ, ਰਸਤੇ ਵਿੱਚ ਆਖਦੇ ਤੈਨੂੰ ਮਾਰਾਂਗੇ ਨਹੀਂ, ਤੇਰੀ ਮਦਦ ਕਰਾਂਗੇ, ਪਰ ਥੋੜ੍ਹਾ ਬਹੁਤਾ ਸਾਡਾ ਵੀ ਕੋਈ ਫਾਇਦਾ ਕਰੋ। ਇਸ ਤਰ੍ਹਾਂ ਜਿਹੜੇ ਜਮ ਨੇ ਉਹ ਵੀ ਜਗਾਤ ਲਾਉਂਦੇ ਨੇ। ਜਗਾਤ ਕਹਿੰਦੇ ਨੇ ਕਰ ਲਾਉਣਾ, ਟੈਕਸ ਲਾਉਣਾ। ਬੰਦੇ ਦੇ ਜਪ ਤਪ ਸ਼ੁਭ ਗੁਣ ਰਸਤੇ ਵਿੱਚ ਕੁਝ ਨਾ ਕੁਝ ਖੋਹ ਲੈ ਜਾਂਦੇ ਵੀ ਤੇਰੀ ਅਸੀਂ ਮਦਦ ਕਰਾਂਗੇ। ਪਰ ਮਹਾਰਾਜ ਕਹਿਣ ਲੱਗੇ ਜਮ ਜਾਗਾਤ ਨਾਹੀ ਕਰ ਲਾਗੈ। ਜਿਹੜੇ ਨਾਮ ਜਪਦੇ ਨੇ ਨਾ, ਉਹਨਾਂ ਨੂੰ ਟੈਕਸ ਲੱਗਦਾ ਹੀ ਕੋਈ ਨਹੀਂ, ਟੈਕਸ ਤੋਂ ਮੁਕਤ ਹੋ ਜਾਂਦੇ। ਜਮਾਂ ਦੀ ਹਿੰਮਤ ਹੀ ਨਹੀਂ ਪੈਂਦੀ। ਹੁਣ ਮੰਨ ਲਓ ਵੀ ਰਾਜੇ ਦੀ ਫੌਜ ਲੰਘਦੀ ਹੋਵੇ, ਆਰਮੀ ਲੰਘਦੀ ਹੈ ਨਾ ਰੋਡ ਦੇ ਉੱਪਰ ਦੀ, ਕਿੰਨੇ ਟੋਲ ਪਲਾਜ਼ੇ ਲੱਗੇ ਹੋਏ, ਆਪਾਂ ਨੂੰ ਪਰਚੀ ਕਟਾਉਣੀ ਪੈਂਦੀ ਹੈ। ਪਰ ਜਦੋਂ ਰਾਜੇ ਦੀ ਫੌਜ ਲੰਘਦੀ ਹੈ ਫਿਰ ਕੋਈ ਪਰਚੀ ਨਹੀਂ, ਸਾਰੇ ਰਾਹ ਖੁੱਲ੍ਹ ਜਾਂਦੇ, ਉਹ ਮਰਜ਼ੀ ਨਾਲ ਹੀ ਤੁਰੇ ਜਾਂਦੇ। ਕਿਉਂਕਿ ਟੋਲ ਵਾਲਿਆਂ ਨੂੰ ਪਤਾ ਹੈ ਵੀ ਅਸੀਂ ਇਹਨਾਂ ਦੇ ਟੋਲ ਨਹੀਂ ਲੈ ਸਕਦੇ, ਕਿਉਂਕਿ ਇਹ ਰਾਜੇ ਦੀ ਫੌਜ ਹੈ ਤੇ ਰਾਜੇ ਦੇ ਅਸੀਂ ਜਿਹੜੇ ਹਾਂ ਉਹ ਨੌਕਰ ਹਾਂ, ਤੇ ਫੌਜ ਦੇ ਕੋਲੋਂ ਕਿਵੇਂ ਕਰ ਲਈਏ। ਐਸੇ ਤਰ੍ਹਾਂ ਗੁਰਮੁਖੋ ਜਿਹੜੇ ਨਾਮ ਜਪਣ ਵਾਲੇ ਨੇ ਨਾ, ਉਹਨਾਂ ਦੇ ਕੋਲੋਂ ਜਮ ਜਿਹੜੇ ਨੇ ਉਹ ਪੈਸਾ ਜਪ ਤਪ ਲੈ ਹੀ ਨਹੀਂ ਸਕਦੇ। ਉਹਨਾਂ ਨੂੰ ਪਤਾ ਵੀ ਇਹਨਾਂ ਨੇ ਅਕਾਲ ਪੁਰਖ ਦੀ ਬੰਦਗੀ ਕੀਤੀ ਹੈ, ਜੇ ਅਸੀਂ ਕੁਝ ਵਸਤੂ ਮੰਗਣ ਦੀ ਕੋਸ਼ਿਸ਼ ਵੀ ਕਰਾਂਗੇ ਤੇ ਸਾਨੂੰ ਉਹਦਾ ਬੜਾ ਭਾਰੀ ਦੰਡ ਮਿਲੇਗਾ। ਮਹਾਰਾਜ ਕਹਿੰਦੇ ਜਮ ਜਾਗਾਤ ਕਰ ਲਾਗੈ ਨਾਹੀ ਕਰ ਲਾਗੈ। ਜਿਹੜੇ ਜਮ ਨੇ, ਜਾਗਾਤ ਕਹੀਏ ਟੈਕਸ ਲਾਉਣਾ, ਕਰ ਲਾਉਣਾ, ਨਹੀਂ ਲਾ ਨਹੀਂ ਸਕਦੇ। ਨਾਮ ਜਪਣ ਵਾਲਿਆਂ ਨੂੰ ਕੋਈ ਟੈਕਸ ਨਹੀਂ ਲੱਗਦਾ ਹੈ ਪਰਲੋਕ ਦੇ ਰਸਤੇ ਦੇ ਵਿੱਚ। ਜਿਸ ਅਗਨ ਬੁੱਝੀ ਠਰ ਸੀਨਾ ਹੈ। ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਦੀ ਤ੍ਰਿਸ਼ਨਾ ਰੂਪੀ ਅੱਗ ਬੁੱਝ ਜਾਂਦੀ ਹੈ। ਨਾਮ ਜਪਣ ਵਾਲੇ ਦੀ ਨਿਸ਼ਾਨੀ ਇਹ ਹੈ ਵੀ ਤ੍ਰਿਸ਼ਨਾ ਦੀ, ਵੈਸੇ ਤੇ ਸਾਰੀ ਦੁਨੀਆ ਤ੍ਰਿਸ਼ਨਾ ਵਿੱਚ ਹੀ ਪਈ ਹੈ। ਵੱਡੇ ਵੱਡੇ ਅਰਬਪਤੀ ਖਰਬਪਤੀ ਜਿਹੜੇ ਬਿਜ਼ਨਸਮੈਨ ਵਪਾਰੀ ਨੇ ਨਾ, ਉਹ ਕਰੋੜਾਂ ਰੁਪਈਏ ਰੋਜ਼ ਕਮਾਉਂਦੇ, ਅਰਬਾਂ ਖਰਬਾਂ ਦਾ ਰੋਜ਼ ਘਾਟਾ, ਰੋਜ਼ ਨਫਾ, ਪਰ ਤ੍ਰਿਸ਼ਨਾ ਦੀ ਅੱਗ ਫਿਰ ਵੀ ਨਹੀਂ ਬੁਝੀ ਹੈ। ਇਹ ਵੀ ਖਾ ਲਵਾਂ, ਇਹ ਵੀ ਬਣਾ ਲਵਾਂ, ਇਹ ਵੀ ਮੇਰਾ ਹੋ ਜਾਵੇ। ਤ੍ਰਿਸ਼ਨਾ ਦੀ ਅੱਗ ਤੇ ਵੱਡਿਆਂ ਵੱਡਿਆਂ ਨੂੰ ਖਾਈ ਜਾਂਦੀ ਹੈ। ਪਰ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ। ਅਗਨ ਬੁਝੀ ਠਰ ਸੀਨਾ ਹੈ,
ਉਹਨਾਂ ਦਾ ਅੰਤःਕਰਨ ਜਿਹੜਾ ਹੈ ਠੰਡਾ ਹੋ ਗਿਆ। ਐਸੀ ਦਾਤ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਕਾਇਆ ਹੰਸ ਪ੍ਰੀਤ ਬਹੁ ਧਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰਮੁਖੋ, ਕਾਇਆ ਨਾਮ ਹੈ ਸਰੀਰ ਦਾ ਤੇ ਹੰਸ ਨਾਮ ਹੈ ਆਤਮਾ ਦਾ। ਸਰੀਰ ਦਾ ਤੇ ਆਤਮਾ ਦਾ ਆਪਸ ਵਿੱਚ ਬੜਾ ਹੀ ਪਿਆਰ ਹੈ। ਜਦੋਂ ਆਤਮਾ ਸਰੀਰ ਨੂੰ ਛੱਡਦੀ ਹੈ ਤੇ ਸਰੀਰ ਟੁੱਟ ਜਾਂਦਾ ਹੈ, ਰੋਣ ਲੱਗ ਪੈਂਦਾ ਹੈ। ਕਈਆਂ ਨੂੰ ਰੋਣ ਲੱਗ ਪੈਂਦੇ ਨੇ ਕਈ ਲੋਕ, ਜਦੋਂ ਆਤਮਾ ਨਿਕਲਦੀ ਹੈ ਐਡਾ ਦੁੱਖ ਹੁੰਦਾ, ਮਲ ਮੂਤਰ ਦੀ ਕਿਰਿਆ। ਪਾਤਸ਼ਾਹ ਕਹਿਣ ਲੱਗੇ, ਬਚਨ ਇਹ ਹੈ ਵੀ ਜਿਹੜੀ ਕਾਇਆ ਸਰੀਰ ਹੈ ਇਹਦਾ ਆਤਮਾ ਨਾਲ ਬੜਾ ਪਿਆਰ ਹੈ, ਆਪਸ ਵਿੱਚ ਬਹੁਤਾ ਪ੍ਰੇਮ ਪਾ ਕੇ ਬੈਠੇ ਹਨ। ਉਹ ਜੋਗੀ ਪੁਰਖ ਉਹ ਸੁੰਦਰ ਨਾਰੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਜਿਹੜਾ ਜੀਵ ਹੈ ਉਹ ਤੇ ਜੋਗੀ ਹੈ, ਤੇ ਇਹ ਜਿਹੜੀ ਕਾਇਆ ਹੈ ਇਹ ਮੰਨ ਲਓ ਵੀ ਇੱਕ ਸੁੰਦਰ ਇਸਤਰੀ ਹੈ। ਜਿਵੇਂ ਆਪਾਂ ਕਹਿ ਲਈਏ ਇੱਕ ਪਤੀ ਹੈ ਤੇ ਇੱਕ ਪਤਨੀ ਹੈ, ਦੋਨਾਂ ਦਾ ਆਪਸ ਵਿੱਚ ਬੜਾ ਹੀ ਪਿਆਰ ਹੈ। ਇਕੱਠੇ ਹੀ ਬੈਠਦੇ, ਇਕੱਠੇ ਹੀ ਆਉਂਦੇ ਜਾਂਦੇ, ਇਕੱਠੇ ਹੀ ਭੋਜਨ ਪ੍ਰਸ਼ਾਦਾ ਛਕਦੇ, ਇੱਕ ਦੂਜੇ ਦੇ ਨਾਲ ਹੀ ਰਹਿੰਦੇ, ਹਰ ਵੇਲੇ ਪੁੱਛ ਕੇ ਸਲਾਹ ਕਰਕੇ ਕੋਈ ਵੀ ਕੰਮ ਕਰਦੇ। ਪਾਤਸ਼ਾਹ ਕਹਿੰਦੇ ਐਸੇ ਤਰ੍ਹਾਂ ਇਹ ਸਰੀਰ ਤੇ ਆਤਮਾ ਇਕੱਠੇ ਹੀ ਰਹਿੰਦੇ ਇੱਕ ਦੂਜੇ ਦੇ ਨਾਲ। ਪਰ ਮਹਾਰਾਜ ਅੱਗੇ ਫਰਮਾਉਂਦੇ ਹਨ, ਅਹਨਸ ਭੋਗੇ ਚੋਜ ਬਿਨੋਦੀ। ਐਨਿਸ ਦਿਨੇ ਰਾਤ ਮਿਲ ਕੇ ਇਹ ਆਤਮਾ ਸਰੀਰ ਦੇ ਨਾਲ ਭੋਗ ਕਰਦੀ ਹੈ, ਸਵਾਦ ਲੈਂਦੀ ਹੈ। ਜਿੱਥੇ ਸਾਡਾ ਸਰੀਰ ਸਵਾਦ ਲੈਂਦਾ ਵਿਕਾਰਾਂ ਦਾ, ਉੱਥੇ ਆਤਮਾ ਵੀ ਸਵਾਦ ਲੈਂਦੀ ਹੈ ਵਿਕਾਰਾਂ ਦਾ। ਜਿਵੇਂ ਮੰਨ ਲਓ ਕਿ ਪਤੀ ਪਤਨੀ ਮਿਲ ਕੇ ਦੁਨੀਆ ਦੇ ਸਵਾਦ ਲੈਣ, ਆਨੰਦ ਲੈਣ, ਸੁੱਖ ਲੈਣ, ਐਸੇ ਤਰ੍ਹਾਂ ਆਤਮਾ ਜਿਹੜੀ ਹੈ ਉਹ ਸਰੀਰ ਦੇ ਨਾਲ ਮਿਲ ਕੇ ਸਾਰੇ ਸਵਾਦਾਂ ਨੂੰ, ਆਨੰਦਾਂ ਨੂੰ, ਭੋਗਾਂ ਨੂੰ ਪ੍ਰਾਪਤ ਕਰਦੀ ਹੈ। ਉਠ ਚਲਤਾ ਮਤਾ ਨ ਕੀਨਾ ਹੈ। ਗੁਰਮੁਖੋ, ਇੱਕ ਦਿਨ ਐਸਾ ਸਮਾਂ ਆਉਣਾ ਹੈ ਜਿਸ ਵੇਲੇ ਆਤਮਾ ਨੇ ਸਰੀਰ ਦੇ ਨਾਲ ਇਹ ਸਲਾਹ ਨਹੀਂ ਕਰਨੀ ਹੈ ਕਿ ਮੈਂ ਤੈਨੂੰ ਛੱਡ ਕੇ ਚੱਲੀ ਹਾਂ। ਸਾਰੀ ਉਮਰ ਭਾਵੇਂ 100 ਸਾਲ ਦੀ ਉਮਰ ਹੈ, ਆਤਮਾ ਸਰੀਰ ਦੇ ਵਿੱਚ ਰਹੀ ਹੈ। ਸਰੀਰ ਆਤਮਾ ਦੇ ਨਾਲ ਤੇ ਆਤਮਾ ਸਰੀਰ ਦੇ ਨਾਲ ਵਿਚਾਰਾਂ ਕਰਦਾ ਹੈ ਵੀ ਆਹ ਪਦਾਰਥ ਖਾਣਾ ਹੈ, ਇਸ ਪਦਾਰਥ ਦਾ ਸਵਾਦ ਲੈਣਾ ਹੈ, ਇਹ ਵਿਕਾਰ ਭੋਗਣਾ ਹੈ। ਬੜਾ ਪਿਆਰ ਪਾਇਆ ਇੱਕ ਦੂਜੇ ਦੇ ਨਾਲ। ਪਰ ਜਿਸ ਦਿਨ ਮੌਤ ਦਾ ਦਿਨ ਆਉਣਾ ਨਾ ਗੁਰਮੁਖੋ, ਉਸ ਦਿਨ ਆਤਮਾ ਨੇ ਸਰੀਰ ਦੇ ਕੋਲੋਂ ਸਲਾਹ ਨਹੀਂ ਲੈਣੀ ਹੈ ਵੀ ਤੈਨੂੰ ਛੱਡ ਕੇ ਜਾਵਾਂ ਕਿ ਨਾ ਜਾਵਾਂ। ਉੱਠ ਚਲਤੇ, ਉੱਠ ਕੇ ਉਹਨੇ ਚੱਲ ਹੀ ਪੈਣਾ ਹੈ। ਮਤਾ ਨਾ ਕੀਨਾ ਹੈ, ਮਤਾ ਕਹੀਏ ਸਲਾਹ ਨਹੀਂ ਉਹਨੇ ਪੁੱਛਣੀ ਹੈ ਸਰੀਰ ਦੇ ਕੋਲੋਂ ਕਿ ਤੈਨੂੰ ਛੱਡ ਕੇ ਜਾਵਾਂ ਕਿ ਨਾ ਜਾਵਾਂ। ਤੇ ਫਿਰ ਕਿਸ ਗੱਲ ਦਾ ਮੋਹ ਪਾਈ ਬੈਠਾ ਹੈ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ, ਪਤੀ ਪਤਨੀ ਦਾ ਪਿਆਰ ਤੇ ਆਪਸ ਵਿੱਚ ਡਾਢਾ ਹੈ। ਹਰੇਕ ਗੱਲ ਦੇ ਵਿੱਚ ਇੱਕ ਦੂਜੇ ਦੀ ਸਲਾਹ ਹੈ, ਹਰੇਕ ਖਾਣ ਪੀਣ ਦੇ ਵਿੱਚ ਇੱਕ ਦੂਜੇ ਦੀ ਰਜਾਮੰਦੀ ਹੈ। ਪਰ ਉਹ ਪਤੀ ਅਚਾਨਕ ਹੀ ਆਪਣੀ ਪਤਨੀ ਨੂੰ ਛੱਡ ਕੇ ਤੁਰ ਪਵੇ, ਤੁਰ ਲੱਗਿਆਂ ਦੱਸੇ ਹੀ ਨਾ, ਤੇ ਰੋਸ ਤੇ ਆਉਂਦਾ ਹੀ ਹੈ ਨਾ ਮਨ ਦੇ ਵਿੱਚ ਵੀ ਅੱਗੇ ਤੇ ਹਰੇਕ ਗੱਲ ਸਾਂਝੀ ਹੈ, ਅੱਜ ਕੀ ਬਣਿਆ ਹੈ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਆਤਮਾ ਤੇ ਸਰੀਰ ਦਾ ਆਪਸ ਵਿੱਚ ਮੇਲ ਹੈ, ਇੱਕ ਦੂਜੇ ਦੀ ਸਲਾਹ ਦੇ ਨਾਲ ਹੀ ਚੱਲਦੇ, ਦੁੱਖ ਸੁੱਖ ਵਿਸ਼ੇ ਵਿਕਾਰ ਭੋਗਦੇ। ਪਰ ਜਿਸ ਵੇਲੇ ਮੌਤ ਦਾ ਦਿਨ ਆਉਣਾ ਹੈ, ਉਸ ਵੇਲੇ ਆਤਮਾ ਨੇ ਸਰੀਰ ਦੀ ਸਲਾਹ ਕੋਈ ਨਹੀਂ ਲੈਣੀ ਹੈ, ਛੱਡ ਕੇ ਸਰੀਰ ਨੂੰ ਉਸੇ ਵੇਲੇ ਤੁਰ ਪੈਣਾ ਹੈ। ਐਸੀ ਹਾਲਤ ਬਣਦੀ ਹੈ। ਸ੍ਰੇਸ਼ਟ ਪਾਏ ਰਹੇ ਪ੍ਰਭ ਛਾਜੈ। ਜਿਹੜਾ ਪਰਮਾਤਮਾ ਹੈ ਉਸਨੇ ਸ੍ਰਿਸ਼ਟੀ ਪੈਦਾ ਕੀਤੀ ਹੈ। ਦੁਨੀਆ ਦੇ ਲੋਕ ਆਖਦੇ, ਕੋਈ ਆਖਦਾ ਵੀ ਬਰਮਾ ਨੇ ਸੰਸਾਰ ਬਣਾਇਆ, ਕੋਈ ਆਖਦਾ ਹੈ ਵੀ ਇਸੇ ਤਰ੍ਹਾਂ ਪੈਗੰਬਰ ਨੇ, ਈਸਾ ਨੇ, ਮੁਹੰਮਦ ਨੇ ਦੁਨੀਆ ਬਣਾਈ ਹੈ। ਵੱਖਰੇ ਵੱਖਰੇ ਧਰਮਾਂ ਦੇ ਆਪਣੇ ਆਪਣੇ ਵਿਚਾਰ ਨੇ। ਪਰ ਮਹਾਰਾਜ ਕਹਿਣ ਲੱਗੇ, ਸ੍ਰਿਸ਼ਟ ਉਪਾਏ ਰਹੇ ਪ੍ਰਭ ਛਾਜੈ। ਉਹ ਪਰਮਾਤਮਾ ਨੇ ਹੀ ਦੁਨੀਆ ਬਣਾਈ ਹੈ। ਸੋ ਇਹ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦਾ ਸਿਧਾਂਤ ਹੈ। ਓੰਕਾਰ ਸੈਲ ਜੁਗ ਭੈ, ਓੰਕਾਰ ਬੇਦ ਨਿਰਮੈ। ਪਰਮਾਤਮਾ ਨੇ ਆਖਿਆ ਇੱਕ ਓੰਕਾਰ, ਸਾਰੀ ਸ੍ਰਿਸ਼ਟੀ ਬਣ ਗਈ ਉਸੇ ਵੇਲੇ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ, ਕੀਤਾ ਪਸਾਓ ਏਕੋ ਅਕਵਾਓ ਤਿਸਤੇ ਹੋਏ ਲੱਖ ਦਰਿਆਓ। ਇਹ ਬਚਨ ਵੀ ਇੱਕੋ ਹੀ ਬਚਨ ਆਖਿਆ। ਦਰਿਆਵਾਂ, ਸਮੁੰਦਰ, ਧਰਤੀਆਂ, ਪੱਥਰ, ਪਹਾੜ, ਜੰਗਲ ਸਭ ਕੁਝ ਹੀ ਬਣ ਗਿਆ, ਸਰੀਰ ਵੀ ਬਣ ਗਿਆ। ਗੁਰਮਤਿ ਇੱਥੋਂ ਤੱਕ ਬਣਦੀ ਹੈ ਕਿ ਪਰਮਾਤਮਾ ਨੇ ਜਦੋਂ ਇੱਕ ਓੰਕਾਰ ਆਖਿਆ, ਜਿੱਥੇ ਸ੍ਰਿਸ਼ਟੀ ਬਣੀ ਹੈ ਉੱਥੇ ਬੇਅੰਤ ਰੂਹਾਂ ਜਿਹੜੀਆਂ ਸਨ, ਆਤਮਾਵਾਂ, ਉਹ ਪੈਦਾ ਹੋਈਆਂ। ਕੁਝ ਆਤਮਾ ਐਸੀਆਂ ਨੇ ਜਿਨ੍ਹਾਂ ਨੂੰ ਸਰੀਰ ਮਿਲੇ, ਜਿਨ੍ਹਾਂ ਨੂੰ ਸਰੀਰ ਮਿਲੇ ਉਹ 84 ਦੇ ਗੇੜ ਵਿੱਚ ਪੈ ਗਈਆਂ, ਇੱਕ ਚੱਕਰ ਵਿੱਚ ਪੈ ਗਈਆਂ। ਕੁਝ ਆਤਮਾ ਐਸੀਆਂ ਨੇ ਜਿਨ੍ਹਾਂ ਨੂੰ ਸਰੀਰ ਅਜੇ ਮਿਲੇ ਹੀ ਨਹੀਂ, ਉਹ ਪਰਮਾਤਮਾ ਦੇ ਅੱਗੇ ਫਰਿਆਦ ਕਰਦੀਆਂ ਪਈਆਂ। ਅਨੰਤ ਸਾਲਾਂ ਤੋਂ ਸ੍ਰਿਸ਼ਟੀ ਬਣੀ ਹੈ, ਉਹ ਫਿਰ ਆਤਮਾ ਪਰਮਾਤਮਾ ਅੱਗੇ ਪੁਕਾਰ ਕਰਦੀਆਂ ਵੀ ਇਹ ਪਰਮਾਤਮਾ ਸਾਨੂੰ ਵੀ ਸਰੀਰ ਦੇ, ਅਸੀਂ ਵੀ ਸਰੀਰਾਂ ਵਿੱਚ ਜਾਈਏ ਤੇ ਅਸੀਂ ਵੀ ਬੰਦਗੀ ਕਰਕੇ ਉੱਥੋਂ ਮੁਕਤ ਹੋਈਏ। ਐਸਾ ਉਹ ਪਰਮਾਤਮਾ ਹੈ। ਕੀਤਾ ਪਸਾਓ
ਏਕੋ ਅਕਵਾਓ, ਇੱਕੋ ਹੀ ਬਚਨ ਕਹਿਣ ਦੇ ਨਾਲ ਸ੍ਰਿਸ਼ਟੀ ਦਾ ਪਸਾਰਾ ਪਸਾਰਿਆ। ਪਤਾ ਨਹੀਂ ਕਿੰਨੇ ਕੁ ਸਰੀਰ ਤੇ ਆਤਮਾਵਾਂ ਬਣ ਗਈਆਂ, ਕਿੰਨੇ ਕੁ ਦਰਿਆ ਤੇ ਸਮੁੰਦਰ ਬਣ ਗਏ, ਕਿੰਨੇ ਕੁ ਜੰਗਲ ਤੇ ਪਹਾੜ ਬਣ ਗਏ। ਬੇਅੰਤ ਕੁਝ ਬਣਾਇਆ ਹੈ, ਪਰ ਬਣਾਇਆ ਇੱਕ ਪਰਮਾਤਮਾ ਨੇ ਹੀ ਹੈ। ਸਤਿਗੁਰੂ ਫਿਰ ਫਰਮਾਉਂਦੇ ਹਨ, ਸ੍ਰਿਸ਼ਟ ਪਾਏ ਰਹੇ ਪ੍ਰਭ ਫਿਰ ਸਾਜੈ। ਇਹਨਾਂ ਸਾਰਿਆਂ ਵਿੱਚ ਛਾਜਿਆ ਕਹੀਏ ਪਰਮਾਤਮਾ ਸ਼ੋਭਾ ਪਾ ਰਿਹਾ ਹੈ। ਅੱਗ ਵਿੱਚ ਵੀ ਬੈਠਾ, ਪਾਣੀ ਵਿੱਚ, ਮਨੁੱਖ ਵਿੱਚ, ਪਸ਼ੂ ਪੰਛੀਆਂ ਸਾਰਿਆਂ ਵਿੱਚ ਬੈਠਾ ਸੁਭਾਇਮਾਨ ਹੈ। ਪੌਣ ਪਾਣੀ ਬੈਸੰਤਰ ਉਸ ਗਾਜੈ। ਪਰਮਾਤਮਾ ਨੇ ਕਹਿ ਲਈਏ ਫਿਰ ਉਸ ਵੇਲੇ ਪੌਣ ਪੈਦਾ ਕੀਤੀ ਹੈ, ਹਵਾ, ਪਾਣੀ, ਅੱਗ, ਧਰਤੀ ਤੇ ਆਕਾਸ਼, ਇਹ ਪੰਜ ਤੱਤ ਪੈਦਾ ਕੀਤੇ ਤੇ ਗਾਜਿਆ ਕਹੀਏ ਫਿਰ ਇਹਨਾਂ ਵਿੱਚ ਪ੍ਰਗਟ ਵੀ ਹੋ ਰਿਹਾ ਹੈ। ਪੰਜਾਂ ਤੱਤਾਂ ਵਿੱਚ ਆਪ ਹੀ ਸਮਾਇਆ ਹੋਇਆ, ਬੈਠਾ ਹੋਇਆ। ਫਿਰ ਫਰਮਾਉਂਦੇ ਹਨ, ਪੌਣ ਪਾਣੀ ਬੈਸੰਤਰ ਗਾਜੈ। ਆਪਾਂ ਇਸ ਤਰ੍ਹਾਂ ਕਹਿ ਲਈਏ ਪੰਜਾਂ ਤੱਤਾਂ ਦੇ ਨਾਲ ਪਰਮਾਤਮਾ ਨੇ ਸ੍ਰਿਸ਼ਟੀ ਬਣਾਈ ਹੈ ਤੇ ਸ੍ਰਿਸ਼ਟੀ ਬਣਾ ਕੇ ਫਿਰ ਸਰੀਰ ਬਣਾਏ ਤੇ ਪ੍ਰਭ ਗਾਜੈ। ਉਹ ਪਰਮਾਤਮਾ ਇਹਨਾਂ ਸਾਰਿਆਂ ਦੇ ਵਿੱਚ ਬੈਠਾ ਵੀ ਹੋਇਆ, ਸ੍ਰਿਸ਼ਟੀ ਵਿੱਚ ਵੀ ਬੈਠਾ ਹੈ, ਜੀਵਾਂ ਦੇ ਵਿੱਚ ਵੀ ਉਹ ਸੁਭਾਇਮਾਨ ਹੋ ਰਿਹਾ ਹੈ। ਮਨਵਾ ਡੋਲੇ ਦੂਤ ਸੰਗਤ ਮਿਲ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦੀ ਸੰਗਤ ਵਿੱਚ ਪੈ ਕੇ ਮਨ ਡੋਲਦਾ ਹੈ। ਜਿਹੜਾ ਬੰਦਾ ਕਾਮੀ ਬੰਦਿਆਂ ਦੀ ਸੰਗਤ ਵਿੱਚ ਪਵੇਗਾ ਉਹਦਾ ਮਨ ਇਹੋ ਜਿਹੀ ਵਾਸ਼ਨਾ ਵੱਲ ਡੋਲੇਗਾ। ਜਿਹੜਾ ਵਿਅਕਤੀ ਲੋਭ ਕਰਨ ਵਾਲਿਆਂ ਦੀ ਸੰਗਤ ਵਿੱਚ ਬੈਠੇਗਾ ਉਹਦਾ ਮਨ ਲੋਭ ਦੇ ਵੱਲ ਡੋਲਦਾ ਹੈ। ਜਿਹੜਾ ਵਿਅਕਤੀ ਹੰਕਾਰ ਕਰਨ ਵਾਲਿਆਂ ਦੀ ਸੰਗਤ ਵਿੱਚ ਬੈਠੇਗਾ ਉਹਦਾ ਮਨ ਹੰਕਾਰ ਕਰਨ ਵੱਲ ਹਿਲਦਾ ਜੁਲਦਾ ਉਧਰ ਨੂੰ ਚੱਲਦਾ ਹੈ। ਮਨੁਆ ਡੋਲੇ ਦੂਤ ਸੰਗਤ ਮਿਲ। ਗੁਰੂ ਨਾਨਕ ਦੇ ਪਾਤਸ਼ਾਹ ਕਹਿਣ ਲੱਗੇ ਭਾਈ ਜਿਹੋ ਜੀ ਸੰਗਤ ਕਰੋਗੇ ਨਾ ਮਨ ਉਹੋ ਜਿਹਾ ਹੀ ਫੁਰਨੇ ਕਰੇਗਾ, ਵਿਚਾਰ ਉਹੋ ਜਿਹੇ ਹੀ ਬਣ ਜਾਂਦੇ। ਤਾਂ ਹੀ ਪਾਤਸ਼ਾਹ ਨੇ ਆਖਿਆ ਸਾਖਤ ਸੰਗ ਨਾ ਕੀਜੀਐ ਦੂਰੈ ਜਾਈਐ ਭਾਗ। ਮਨਮੁਖ ਬੰਦੇ ਦੀ ਸੰਗਤ ਨਾ ਕਰ। ਮਹਾਰਾਜ ਕਿਉਂ ਨਾ ਕਰੀਏ? ਸਤਿਗੁਰੂ ਕਹਿੰਦੇ ਆਹ ਕਾਰਨ ਹੈ ਕਿਉਂਕਿ ਮਨਮੁਖ ਬੰਦੇ ਨੇ ਮਾੜੀ ਗੱਲ ਹੀ ਕਰਨੀ ਹਰ ਵੇਲੇ ਆ ਕੇ। ਕਾਮ ਦੀ ਗੱਲ ਕਰੇਗਾ, ਕ੍ਰੋਧ ਦੀ ਕਰੇਗਾ, ਲੋਭ ਮੋਹ ਦੀ, ਹੰਕਾਰ ਦੀ ਗੱਲ ਕਰੇਗਾ। ਜਿਹੋ ਜਿਹੀਆਂ ਗੱਲਾਂ ਸੁਣੇਗਾ ਤੇਰਾ ਮਨ ਪ੍ਰਭਾਵਿਤ ਹੋਵੇਗਾ, ਉਹੋ ਜਿਹੇ ਵਿਚਾਰ ਤੈਨੂੰ ਵੀ ਆਉਣ ਲੱਗ ਪੈਣਗੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਮਨੁਆ ਡੋਲੇ ਦੂਤ ਸੰਗਤ ਮਿਲ। ਮਾੜੇ ਵਿਅਕਤੀਆਂ ਦੀ ਸੰਗਤ ਵਿੱਚ ਮਿਲ ਕੇ ਬੈਠ ਕੇ ਮਨ ਵੀ ਉਹੋ ਜਿਹੀ ਫੁਰਨੇ ਕਰਦਾ ਹੈ, ਉਸੇ ਪਾਸੇ ਨੂੰ ਹੀ ਦੌੜਦਾ ਹੈ। ਸੋ ਪਾਏ ਜੋ ਕੁਛ ਕੀਨਾ ਹੈ। ਮਹਾਰਾਜ ਕਹਿੰਦੇ ਫਿਰ ਜੋ ਕੁਛ ਕੀਨਾ ਹੈ, ਜੋ ਕੁਝ ਕਰੇਗਾ ਨਾ ਫਿਰ ਉਹੀ ਫਲ ਮਿਲੇਗਾ। ਜਿਹੋ ਜਿਹਾ ਕਰਮ ਕੀਤਾ, ਪਾਪ ਦਾ ਕੀਤਾ ਤੇ ਉਹਦੀ ਉਹੋ ਜਿਹਾ ਫਲ ਹੈ, ਪੁੰਨ ਕੀਤਾ ਤੇ ਉਹੋ ਜਿਹਾ ਫਲ ਹੈ। ਚੰਗਾ ਕੰਮ ਕੀਤਾ ਉਹਦਾ ਫਲ ਉਸ ਤਰ੍ਹਾਂ ਦਾ, ਮਾੜਾ ਕੀਤਾ ਤੇ ਉਹਦਾ ਫਲ ਉਸ ਤਰ੍ਹਾਂ ਦਾ, ਜਿਵੇਂ ਦੇ ਕਰਮ ਕਰਦਾ ਹੈ। ਆਪੇ ਬੀਜ ਆਪੇ ਹੀ ਖਾਓ। ਮਿਲ ਕੇ ਆਖੀਏ ਆਪੇ ਬੀਜ ਆਪੇ ਹੀ ਖਾਓ। ਇਹ ਤੇ ਬੀਜ ਹੈ ਭਾਈ, ਜਿਹੋ ਜਿਹਾ ਬੀਜੇਗਾ ਚੰਗੀ ਫਸਲ ਦਾ ਬੀਜੇਗਾ ਚੰਗਾ ਖਾਵੇਂਗਾ, ਕੰਡੇ ਵਾਲੀ ਦਾ ਬੀਜੇਗਾ ਤੇ ਕੰਡੇ ਹੀ ਵੱਜਣਗੇ। ਇਹ ਤੇ ਆਪਣਾ ਕਰਮ ਹੈ। ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ। ਇਹ ਬਚਨ ਮਹਾਰਾਜ ਸਾਹਿਬ ਜੀਆਂ ਦੇ ਭਾਈ, ਉਹਦੇ ਹੁਕਮ ਦੇ ਵਿੱਚ ਹੀ ਇਹ ਸਭ ਕੁਝ ਜਿਵੇਂ ਦਾ ਕਰਮ ਕਰੇਗਾ ਉਵੇਂ ਦਾ ਫਲ ਮਿਲਦਾ ਹੈ। ਪਾਏ ਜੋ ਕਿਛ ਕੀਨਾ ਹੈ, ਜੋ ਕੁਝ ਕੀਤਾ ਹੈ ਨਾ ਉਹ ਪਾਇਆ ਹੈ। ਦੱਦਾ ਦੋਸ ਨਾ ਦਿਉ ਕਿਸੈ, ਦੋਸ ਕਰਮਾ ਆਪਣੇ। ਜੋ ਮੈਂ ਕੀਆ ਸੋ ਮੈਂ ਪਾਇਆ। ਜੋ ਮੈਂ ਕੀਆ, ਜੋ ਮੈਂ ਕੀਤਾ ਹੈ, ਪਾਉਣਾ ਵੀ ਮੈਂ ਉਹ ਹੈ। ਜਿਹੜਾ ਗੁਆਂਢੀ ਨੇ ਕੀਤਾ ਨਾ, ਰਿਸ਼ਤੇਦਾਰ ਨੇ ਕੀਤਾ, ਕਿਸੇ ਹੋਰ ਨੇ ਕੀਤਾ, ਉਹਦਾ ਫਲ ਮੈਨੂੰ ਨਹੀਂ ਮਿਲਣਾ ਹੈ। ਉਹਦੀ ਫਿਕਰ ਤੇ ਉਹਨੂੰ ਹੈ ਜਿਹਨੇ ਕੀਤਾ ਹੈ। ਮੈਨੂੰ ਉਸ ਗੱਲ ਦੀ ਫਿਕਰ ਹੈ ਜਿਹੜਾ ਮੈਂ ਕੀਤਾ ਹੈ। ਜੋ ਮੈਂ ਕੀਆ ਸੋ ਮੈਂ ਪਾਇਆ। ਜੋ ਮੈਂ ਕਰਾਂਗਾ ਉਹਦਾ ਫਲ ਮੈਨੂੰ ਮਿਲ ਜਾਣਾ ਹੈ। ਦੋਸ਼ ਨਾ ਦੀਜੈ ਅਵਰ ਜਨਾ। ਦੂਜੇ ਨੂੰ ਕਾਹਦਾ ਦੋਸ਼ ਦੇਣਾ ਹੈ? ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਇਹ ਜਿਹੜਾ ਮਨ ਹੈ ਇਹ ਤੇਰਾ ਡੋਲਦਾ ਹਰ ਵੇਲੇ, ਜਿਹੋ ਜੀ ਸੰਗਤ ਕਰੇਗਾ ਸੋ ਜੈਸੀ ਸੰਗਤ ਤੈਸੀ ਰੰਗਤ। ਜਿਹੋ ਜੀ ਸੰਗਤ ਉਹੋ ਜਿਹਾ ਰੰਗ ਚੜ ਜਾਣਾ ਹੈ। ਸੋ ਜਿਵੇਂ ਦੇ ਕਰਮ ਕਰੇਗਾ ਉਵੇਂ ਦਾ ਫਲ ਪਾ ਲਵੇਂਗਾ। ਇਹ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸੇ। ਸਤਿਗੁਰੂ ਕਿਰਪਾ ਕਰੇ ਜੋ ਸੱਜਣ ਅਸੀਸੜੀਆਂ ਸਾਹਿਬ ਸਿਓ ਮੇਲ। ਸ੍ਰਿਸ਼ਟ ਪਾਏ ਰਹੇ ਪ੍ਰਭ ਛਾਜੈ, ਪੌਣ ਪਾਣੀ ਬੈਸੰਤਰ ਗਾਜੈ। ਮਨਵਾ ਡੋਲੇ ਦੂਤ ਸੰਗਤ ਮਿਲ, ਸੋ ਪਾਏ ਜੋ ਕਿਛ ਕੀਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ
ਕਿ ਅੱਜ 9:30 ਵਜੇ ਗੁਰੂ ਕੀ ਗੋਲਕ ਖੋਲਣ ਦਾ ਸਮਾਂ ਹੈ। ਜਿਨ੍ਹਾਂ ਸੰਗਤਾਂ ਕੋਲ, ਸਿੰਘਾਂ ਕੋਲ ਜਾਂ ਬੀਬੀਆਂ ਕੋਲ ਵੀ ਸਮਾਂ ਹੋਵੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਬੀਬੀਆਂ ਵੀ ਆ ਸਕਦੀਆਂ, ਸਿੰਘ ਵੀ ਆ ਸਕਦੇ। ਮਾਇਆ ਦੀ ਗਿਣਤੀ ਕਰਾਉਣ ਦੇ ਵਿੱਚ ਮਦਦ ਕਰੋ ਅਤੇ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰੋ। 10 ਤਰੀਕ ਨੂੰ ਨਗਰ ਕੀਰਤਨ ਆਪਣੇ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਕੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਜਾ ਰਿਹਾ ਹੈ। ਜਿਨ੍ਹਾਂ ਸੰਗਤਾਂ ਨੇ ਨਾਲ ਜਾਣਾ ਹੈ, ਆਪਣੇ ਨਾਂ ਲਿਖਾਉਣ ਦੀ ਕਿਰਪਾਲਤਾ ਕਰੋ ਅਤੇ ਜਿਨ੍ਹਾਂ ਸੰਗਤਾਂ ਨੇ ਆਪਣੀਆਂ ਗੱਡੀਆਂ ਲੈ ਕੇ ਜਾਣਾ ਹੈ, ਉਹ ਵੀ ਆਪਣੇ ਨਾਂ ਲਿਖਾਉਣ ਦੀ ਕਿਰਪਾਲਤਾ ਕਰੋ। ਇਹ ਸਵੇਰੇ 6 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਣੀ ਹੈ। ਆਪ ਸੰਗਤਾਂ ਨੇ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ